ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਥਾ ਗੁਰੂ ਹਰਿ ਰਾਏ ਕੀ। ਸੁਨ ਸ਼ਰੋਤਾ ਸਵਧਾਨ ਪਾਵਨ ਪੁਨ ਉਪਾਵਨੀ। ਗਨ ਪਾਪਨ ਕੀ ਹਾਨ ਕਥਾ ਗੁਰੂ ਹਰਿ ਰਾਏ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦਇਆ ਬਖਸ਼ਿਸ਼ ਹੋਈ ਹੈ। ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੇ ਮਹਾਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਬਹੁਤ ਹੀ ਸੁਹਾਵਣਾ, ਸੁਹਾਗਾ ਭਰਿਆ, ਸੁਭਾਗਾਂ ਭਰਿਆ ਸਮਾਂ ਪ੍ਰਾਪਤ ਹੋਇਆ ਹੈ। ਸਾਧ ਸੰਗਤ ਜੀ, ਗੁਰਦੁਆਰਾ ਮੰਜੀ ਸਾਹਿਬ ਵਿਖੇ ਸਵੇਰ ਦੇ ਸਮੇਂ ਗੁਰਬਾਣੀ ਜੀ ਦੀ ਕਥਾ ਹੁੰਦੀ ਹੈ। ਸ਼ਾਮ ਦੇ ਸਮੇਂ ਸਤਿਗੁਰੂ ਜੀ ਦੇ ਇਤਿਹਾਸ ਦੀ ਕਥਾ ਹੁੰਦੀ ਹੈ। ਸਿੱਖ ਸੰਗਤਾਂ ਬਹੁਤ ਬਹੁਤ ਦੂਰ ਬੈਠ ਕੇ ਲਾਹੇ ਪ੍ਰਾਪਤ ਕਰਦੀਆਂ ਹਨ। ਆਪੋ ਆਪਣੇ ਘਰਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰਦੀਆਂ ਹਨ। ਲੜੀਵਾਰ ਕਥਾ ਦੀਆਂ 8 ਰਾਸਾਂ ਸੰਪੂਰਨ ਹੋਈਆਂ ਹਨ। 9ਵੀਂ ਰਾਸ ਦੀ ਆਰੰਭਤਾ ਹੋਈ ਹੈ। ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੱਚੇ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਦੀ ਕਥਾ ਆਰੰਭ ਹੋਈ ਹੈ। ਕੱਲ੍ਹ 9ਵੀਂ ਰਾਸ ਦੀ ਆਰੰਭਤਾ ਹੋਈ ਹੈ। ਸਾਧ ਸੰਗਤ ਜੀ, ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਸਾਰੇ ਕੰਮ ਮਰਿਆਦਾ ਦੇ ਨਾਲ ਹੋਣ ਨਾ, ਉਹਦਾ ਬੜਾ ਵੱਡਾ ਫਾਇਦਾ ਹੁੰਦਾ ਹੈ। ਜੇ ਬੰਦਾ ਮਰਿਆਦਾ ਦੇ ਨਾਲ ਕੰਮ ਕਰੇ। ਮਰਿਆਦਾ ਸਾਡੀ ਜ਼ਿੰਦਗੀ ਦੇ ਕਿਨਾਰੇ ਨੇ। ਨਦੀ ਦਰਿਆ ਕਿਨਾਰਿਆਂ ਵਿੱਚ ਬਹਿੰਦਾ ਬੜਾ ਸੋਹਣਾ ਲੱਗਦਾ, ਪਰ ਜਦੋਂ ਕਿਨਾਰੇ ਤੋੜ ਦਵੇ ਤੇ ਫਿਰ ਇੰਜ ਲੱਗਦਾ ਜਿਵੇਂ ਹੜ੍ਹ ਆ ਗਿਆ ਹੁੰਦਾ। ਇਸੇ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਮਰਿਆਦਾ ਦੇ ਵਿੱਚ ਲੰਘੇ ਤੇ ਬੜੀ ਸੋਹਣੀ ਲੱਗਦੀ ਹੈ। ਇਸੇ ਤਰ੍ਹਾਂ ਹੁਣ ਕੱਲ੍ਹ ਆਪ ਜੀ ਨੇ ਜਿਹੜੀ ਕਥਾ ਸੁਣੀ, ਭਾਈ ਸੰਤੋਖ ਸਿੰਘ ਜੀ ਨੇ 7ਵੇਂ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਆਰੰਭ ਕੀਤੀ ਜੀ। ਕਥਾ ਆਰੰਭ ਕਰਨ ਤੋਂ ਪਹਿਲਾਂ ਉਹਨਾਂ ਨੇ 10 ਗੁਰੂ ਸਾਹਿਬਾਨ ਦਾ ਨਾਮ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਜੀ। ਕਿਉਂ ਜੀ? ਕਿਉਂਕਿ ਇਹ ਸਾਡੀ ਮਰਜ਼ਾਦਾ। ਗੁਰਬਾਣੀ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ, ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ। ਪਿਆਰਿਆ, ਕੋਈ ਵੀ ਕੰਮ ਜੇ ਤੂੰ ਕਰਨਾ ਚਾਹੁੰਦਾ, ਨਵੇਂ ਸਿਰਿਓਂ ਕੰਮ ਕਰਨਾ ਚਾਹੁੰਦਾ, ਸਭ ਤੋਂ ਪਹਿਲਾਂ ਉਸ ਕੰਮ ਨੂੰ ਕਰਨ ਤੋਂ ਪਹਿਲਾਂ ਆਪਣੇ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਦੋਂ ਬੰਦਾ ਅਰਦਾਸ ਬੇਨਤੀ ਕਰਕੇ ਕੰਮ ਕਰਦਾ ਹੈ ਨਾ, ਫਿਰ ਉਹਦਾ ਕਾਰਜ ਜਿਹੜਾ ਗੁਰਮੁਖੋ ਉਹ ਸਫਲ ਹੋ ਜਾਂਦਾ ਹੈ। ਚੇਤਾ ਰੱਖਿਓ, ਸਿੱਖ ਦੇ ਕੋਲ ਸਭ ਤੋਂ ਕੀਮਤੀ ਅਮੋਲਕ ਵਸਤੂ ਜਿਹੜੀ ਹੈ ਉਹ ਉਹਦੇ ਕੋਲ ਅਰਦਾਸ ਹੈ। ਅਰਦਾਸ ਤੇ ਆਪਾਂ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਕਰਨੀ ਹੈ ਨਾ। ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਵਰਤਦੀ, ਗੁਰੂ ਜੀ ਸਹਾਈ ਹੁੰਦੇ ਹੈ।
ਕੋਈ ਵੀ ਕੰਮ ਹੈ, ਵੇਖੋ ਰੋਜ਼ ਆਪਾਂ ਜਦੋਂ ਕਥਾ ਆਰੰਭ ਕਰਦੇ ਹਾਂ, ਮੰਗਲ ਕਰਦੇ ਹਾਂ ਜੀ, ਉਹ ਮੰਗਲ ਵੀ ਅਰਦਾਸ ਹੀ ਹੈ ਸਾਧ ਸੰਗਤ ਜੀ। ਵਸਤੂ ਨਿਰਦੇਸ਼ ਮੰਗਲ ਹੈ, ਸਿਫਤ ਰੂਪ ਮੰਗਲ ਹੈ ਪਰਮਾਤਮਾ ਦਾ। ਹੁਣ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ, ਗੁਰਮੁਖੋ ਉਹਨਾਂ ਦੀ ਕਥਾ ਆਰੰਭ ਹੋ ਰਹੀ ਹੈ। ਸੁਰਤੀ ਬਿਰਤੀ ਦੇ ਨਾਲ ਸਤਿਗੁਰਾਂ ਦੀ ਹੁਣ ਆਪਾਂ ਸਾਰੀ ਕਥਾ ਸਰਵਣ ਕਰਨੀ ਹੈ। ਚੇਤਾ ਰੱਖਿਓ 17 ਸਾਲਾਂ ਦੀ ਉਮਰ ਹੈ ਗੁਰੂ ਹਰਿਰਾਏ ਸਾਹਿਬ ਜੀ ਦੀ ਜਦੋਂ ਉਹ ਗੁਰਤਾ ਗੱਦੀ ਦੇ ਉੱਤੇ ਬੈਠੇ ਜੀ। ਉਮਰ ਬੜੀ ਛੋਟੀ ਹੈ, ਜ਼ਿੰਮੇਵਾਰੀ ਬੜੀ ਵੱਡੀ ਮਿਲੀ ਜੀ। ਕਿਉਂ? ਗੁਰਤਾ ਗੱਦੀ ਦੀ ਜਿਹੜੀ ਖੇਡ ਹੈ ਇਹ ਉਮਰਾਂ ਦੇ ਉੱਤੇ ਨਹੀਂ ਟਿਕੀ ਹੋਈ ਜੀ। ਮਹਾਰਾਜ 7ਵੇਂ ਪਾਤਸ਼ਾਹ ਨੇ ਅੱਗੋਂ ਜਿਹਨੂੰ ਗੱਦੀ ਦੇਣੀ ਉਹਨਾਂ ਦੀ ਉਮਰ ਹੀ 5 ਸਾਲ ਦੀ ਹੋਣੀ ਹੈ ਸਾਰੀ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਇਹ ਵੱਡੀ ਖੇਡ ਹੈ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੀ। ਹੁਣ ਆਪਾਂ ਅੱਗੋਂ ਮਹਾਰਾਜ ਦੀ ਕਥਾ ਸੁਣੀਏ। ਜਿੰਨੀਆਂ ਸੰਗਤਾਂ ਸਿੰਘ ਤੁਸੀਂ ਮਗਰ ਮਗਰ ਬੈਠੇ ਹੋ, ਦੋਵੇਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਆਪ ਜੀ ਦੇ ਚਰਨਾਂ 'ਚ, ਪਿੱਛੋਂ ਉੱਠੋ, ਉੱਠ ਕੇ ਆਓ, ਚਾਦਰਾਂ ਦੇ ਉੱਤੇ ਬੈਠੋ ਜਿੱਥੇ ਚਾਦਰ ਵਿਛੀ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਆ ਨਾ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾਂ ਦਾ ਵੇਸਾਹ। ਆਪਣੇ ਗੁਰੂ ਪਰਮੇਸ਼ਰ, ਆਪਣੇ ਸਤਿਗੁਰੂ ਜੀ ਦੇ ਪਾਸ ਬਹਿਣਾ ਚਾਹੀਦਾ, ਕੋਲ ਬਹਿਣਾ ਚਾਹੀਦਾ। ਬੜੀਆਂ ਹੀ ਖੁਸ਼ੀਆਂ ਮਿਲਦੀਆਂ, ਬੜੀਆਂ ਹੀ ਖੁਸ਼ੀਆਂ ਮਿਲਦੀਆਂ। ਸਾਨੂੰ ਵੀ ਸਾਡੇ ਕੋਲ ਜਦੋਂ ਕੋਈ ਬਹਿੰਦਾ ਸਾਨੂੰ ਉਹ ਚੰਗਾ ਲੱਗਦਾ, ਅਤੇ ਜਿਹੜੇ ਗੁਰੂ ਜੀ ਦੇ ਕੋਲ ਆ ਕੇ ਬਹਿੰਦੇ ਫਿਰ ਗੁਰੂ ਜੀ ਨੂੰ ਵੀ ਬੜੇ ਚੰਗੇ ਲੱਗਦੇ ਜੀ। ਉੱਠੋ ਭਾਈ, ਉਦਮ ਕਰੋ। ਜਿਹੜੇ ਮਗਰ ਮਗਰ ਬੈਠੇ ਆ, ਆਓ ਅੱਗੇ ਆ ਕੇ ਬੈਠੋ, ਸਤਿਗੁਰਾਂ ਦੀ ਕਥਾ ਸੁਣੋ, ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰੋ। ਭਾਈ ਸੰਤੋਖ ਸਿੰਘ ਜੀ ਨੇ ਬਹੁਤ ਭਾਵਨਾ ਦੇ ਨਾਲ ਪ੍ਰੇਮ ਵਿੱਚ ਭਿੱਜ ਕੇ ਇਸ ਕਥਾ ਨੂੰ ਲਿਖਿਆ, ਅਤੇ ਪ੍ਰੇਮ ਵਿੱਚ ਭਿੱਜ ਕੇ ਹੀ ਇਹ ਕਥਾ ਸੁਣੀ ਜਾਵੇ, ਇਹਦਾ ਬੜਾ ਫਾਇਦਾ ਮਿਲਦਾ ਹੈ। ਆਓ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਥਾ ਗੁਰੂ ਹਰਿਰਾਏ ਕੀ, ਸੁਨ ਸ਼ਰੋਤਾ ਸਵਧਾਨ। ਕਹਿਣ ਲੱਗੇ ਕਥਾ ਸੁਣਨ ਵਾਲੇ ਪ੍ਰੇਮੀਓ ਬਹੁਤ ਸਾਵਧਾਨ ਹੋ ਕੇ ਬੜੇ ਪਿਆਰ ਨਾਲ ਆਪਣੇ ਸਤਿਗੁਰੂ ਜੀ ਦੀ ਕਥਾ ਸੁਣੋ। ਆਪਣੇ ਗੁਰੂ ਜੀ ਦੀ, ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੀ ਕਥਾ ਸੁਣੋ ਬੜੇ ਪ੍ਰੇਮ ਨਾਲ, ਸਾਵਧਾਨ ਹੋ ਕੇ। ਕਹਿੰਦੇ ਇਸ ਕਥਾ ਨੂੰ ਸੁਣੋ ਭਾਈ। ਭਾਈ ਸਾਹਿਬ ਜੀ, ਅਸੀਂ ਕਥਾ ਸੁਣਾਂਗੇ, ਸਾਨੂੰ ਕੀ ਮਿਲੇਗਾ? ਹਾਂਜੀ, ਪਾਵਨ ਪੁਨ ਉਪਾਵਨੀ, ਗਨ ਪਾਪਨ ਕੀ ਹਾਨ। ਕਹਿੰਦੇ ਕਥਾ ਬੰਦੇ ਨੂੰ ਪਾਵਨ ਕਰ ਦਿੰਦੀ ਹੈ। ਕਿਉਂ? ਕਥਾ ਸੁਣਤ ਮਲ ਸਗਲੀ ਖੋਵੈ। ਚਲੋ ਗੁਰਮੁਖੋ, ਸਾਡੀ ਤੇ ਇੰਨੀ ਕਮਾਈ ਨਹੀਂ ਹੈਗੀ, ਮਹਾਰਾਜ ਦਾ ਤਰਸ ਹੈ, ਸਤਿਗੁਰਾਂ ਨੇ ਆਪਣੇ ਦਰ ਦੀ ਸੇਵਾ ਬਖਸ਼ੀ ਹੈ। ਪਰ ਗੁਰਮੁਖ ਕਮਾਈ ਵਾਲੇ ਜਦੋਂ ਇਹ ਕਥਾ ਕਰਦੇ ਹੈ, ਕਥਾ ਅਗਲੇ ਦੇ ਹਿਰਦੇ 'ਚ ਵਸਦੀ ਹੈ। ਕਥਾ ਸੁਣ ਸੁਣ ਕੇ ਮੈਲ ਦੂਰ ਹੁੰਦੀ ਸਾਧ ਸੰਗਤ ਜੀ, ਬੰਦਾ ਪਾਵਨ ਹੋ ਜਾਂਦਾ ਜੀ। ਕਹਿੰਦੇ ਕਥਾ ਪਾਵਨ ਹੈ, ਪੁੰਨ ਉਪਾਵਨੀ, ਤੁਹਾਡੇ ਪੁੰਨ ਪੈਦਾ ਹੋਣਗੇ। 1 ਘੰਟਾ ਕਥਾ ਸੁਣੋਗੇ ਨਾ, ਪਰਮਾਤਮਾ ਦੀ ਦਰਗਾਹ ਵਿੱਚ ਲਿਖਿਆ ਗਿਆ ਤੁਹਾਡਾ 1 ਘੰਟਾ ਸਫਲਾ ਹੈ ਜੀ, ਪੁੰਨ ਬਣ ਗਿਆ ਗੁਰਮੁਖੋ। ਕਹਿੰਦੇ ਪਾਵਨ ਪੁੰਨ ਉਪਾਵਨੀ, ਇਹ ਕਥਾ ਬੜੀ ਪਾਵਨ ਹੈ, ਪਾਵਨ ਕਰਨ ਵਾਲੀ ਹੈ, ਪੁੰਨ ਪੈਦਾ ਕਰਨ ਵਾਲੀ ਹੈ, ਔਰ ਵੱਡੇ ਵੱਡੇ ਪਾਪਾਂ ਨੂੰ ਸਾੜਨ ਵਾਲੀ ਹੈ। ਸ਼੍ਰੀ ਸਤਿਗੁਰ ਹਰਿਰਾਏ ਜੀ, ਬੈਠੇ ਤਖਤ ਸੁਹਾਏ। ਦਾਦਾ ਸਤਿਗੁਰੂ ਗੁਰੂ ਹਰਿਰਾਏ ਸਾਹਿਬ, ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰੂ ਹਰਿਰਾਏ ਜੀ ਪੋਤਰੇ ਹਨ, ਤਖਤ ਦੇ ਉੱਤੇ ਬੈਠੇ, ਸਿੰਘਾਸਣ ਉੱਤੇ ਬੈਠੇ ਆ। ਕਹਿੰਦੇ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ ਬੜੇ ਹੀ ਫੱਬ ਰਹੇ ਆ। ਸਾਧ ਸੰਗਤ ਜੀ, ਕਈ ਬੰਦੇ ਵੱਡੀਆਂ ਥਾਵਾਂ ਤੇ ਬੈਠੇ ਫੱਬਦੇ ਹੀ ਨਹੀਂ ਹੁੰਦੇ ਜੀ।
ਰੱਬ ਦੀ ਮਿਹਰ ਹੋਵੇ ਫਿਰ ਗੱਲ ਹੋਰ ਹੈ। ਹਾਂਜੀ। ਪਦ ਸਾਚੇ ਪਤਸ਼ਾਹ ਕੋ ਤਿਨਹੀ ਕੋ ਬਨ ਆਏ। ਕਹਿੰਦੇ ਜਿਹੜਾ ਸੱਚੇ ਪਾਤਸ਼ਾਹ ਦੀ ਪਦਵੀ ਹੈ ਨਾ, ਇਹ ਵਾਕਈ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਾਣ ਆਉਂਦੀ ਹੈ। ਹਾਂਜੀ। ਸਵਈਆ ਜਾਮਨ ਜਾਮ ਰਹੇ ਜਬ ਜਾਗਤ ਸੋਚ ਕਰੈ ਪੁਨ ਨੀਰ ਇਸ਼ਨਾਨੈ। ਹੁਣ ਇਹ ਸਤਿਗੁਰਾਂ ਦੀ ਡੇਲੀ ਰੂਟੀਨ 'ਚ ਨਿੱਤ ਦੀ ਮਰਿਆਦਾ ਦੀ ਕਥਾ ਹੈ। ਅਰਦਾਸ ਕਰਨੀ ਹੈ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ, ਅਸੀਂ ਆਪ ਜੀ ਦੀ ਨਿੱਤ ਦੀ ਮਰਿਆਦਾ ਸੁਣਨ ਲੱਗੇ ਹਾਂ, ਕਿਰਪਾ ਕਰਿਓ ਸਾਡੀ ਝੋਲੀ 'ਚ ਦਾਤ ਪਾਇਓ। ਸਾਡੀ ਵੀ ਜਿਹੜੀ ਇੱਕ ਦਿਨ ਦੀ ਰੂਟੀਨ ਹੈ ਨਾ ਮਹਾਰਾਜ, ਉਹਨੂੰ ਸੈੱਟ ਕਰ ਦਿਓ। ਕਿਉਂਕਿ ਕਦੀ ਕਿੰਨੇ ਵਜੇ ਉੱਠ ਜਾਂਦੇ ਆ, ਕਦੀ ਕਿੰਨੇ ਵਜੇ ਉੱਠਦੇ ਆ, ਕਦੀ ਇੰਨੇ ਵਜੇ ਛਕ ਲਿਆ, ਇੰਨੇ ਵਜੇ ਛਕ ਲਿਆ। ਇੱਕ ਨਿਯਮ 'ਚ ਨਹੀਂ ਹੈ ਕੰਮ। ਸਵਈਆਂ ਵਿੱਚ ਲਿਖਦੇ, ਕਹਿੰਦੇ ਜਾਮਨ ਜਾਮ ਰਹੇ ਜਬ ਜਾਗਤ ਸੋਚ ਕਰੈ ਪੁਨ ਨੀਰ ਇਸ਼ਨਾਨੈ। ਪੈਰ ਰਾਤ ਰਹਿੰਦਿਆਂ ਮਹਾਰਾਜ ਸੁਚੇਤ ਹੋ ਜਾਂਦੇ ਆ। ਚੇਤਾ ਰੱਖਿਓ ਗੁਰੂ ਸੌਂਦਾ ਨਹੀਂ ਜੇ, ਸਤਿਗੁਰ ਜਾਗਤਾ ਹੈ ਦਿਓ। ਜਿੱਦਣ ਮਹਾਰਾਜ ਸੌਂ ਗਏ ਨਾ, ਉਦਣ ਅਸੀਂ ਨਹੀਂ ਲੱਭਣਾ ਕਿਸੇ ਨੇ। ਸਾਧ ਸੰਗਤ ਜੀ, ਮਹਾਰਾਜ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਜਾਗਦੇ ਹਨ। ਮਹਾਰਾਜ ਆਪਣੇ ਪਲੰਘੇ ਤੋਂ ਉੱਠਦੇ ਹਨ। ਫਿਰ ਸੋਚ ਕਰੈ ਪੁਨ ਨੀਰ ਇਸ਼ਨਾਨੈ। ਅੰਮ੍ਰਿਤ ਵੇਲੇ ਗਰੀਬ ਨਵਾਜ ਸਤਿਗੁਰੂ ਜੀ ਇਸ਼ਨਾਨ ਕਰਦੇ ਹਨ। ਨਾਲ ਨਾਲ ਸਤਿਗੁਰਾਂ ਤੋਂ ਮੰਗ ਮੰਗੀ ਚੱਲੀਏ। ਹੇ ਗੁਰੂ ਹਰਿਰਾਏ ਸਾਹਿਬ, ਸਤਵੇਂ ਪਾਤਸ਼ਾਹ ਸਾਡੇ ਤੇ ਕਿਰਪਾ ਕਰਿਓ, ਅਸੀਂ ਵੀ ਅੰਮ੍ਰਿਤ ਵੇਲੇ ਉੱਠਿਆ ਕਰੀਏ, ਅਸੀਂ ਵੀ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰੀਏ। ਗੁਰਮੁਖੋ, ਇਹ ਗੁਰੂ ਦੀ ਦਾਤ 'ਚ ਅੰਮ੍ਰਿਤ ਵੇਲੇ ਉੱਠਣਾ। ਬੜੇ ਬੜੇ ਵੱਡੇ ਵਿਦਵਾਨ ਬੰਦੇ, ਪੜ੍ਹੇ ਲਿਖੇ, ਇਸ ਦਾਤ ਨੂੰ ਤਰਸਦੇ ਨੇ ਵੀ ਅਸੀਂ ਅੰਮ੍ਰਿਤ ਵੇਲੇ ਉੱਠਿਆ ਕਰੀਏ ਜੀ, ਅੰਮ੍ਰਿਤ ਵੇਲਾ ਸਾਂਭ ਲਿਆ ਕਰੀਏ ਜੀ। ਹੁਣ ਵੇਖੋ ਇਹ ਦਾਤ ਕਿੰਨੀ ਕੀਮਤੀ ਹੈ। ਬੰਦਾ ਕਿਸੇ ਨੂੰ ਹਉਮੈ ਵਿੱਚ ਆ ਕੇ ਦੱਸ ਹੀ ਦਵੇ ਨਾ ਕਿ ਮੈਂ ਅੰਮ੍ਰਿਤ ਵੇਲੇ ਉੱਠਿਆ ਜੀ, ਮੈਂ ਰੋਜ਼ ਅੰਮ੍ਰਿਤ ਵੇਲੇ ਉੱਠਦਾ ਹਾਂ। ਕਿਸੇ ਨੂੰ ਹਉਮੈ ਵਿੱਚ ਆ ਕੇ ਬੰਦਾ ਦੱਸ ਹੀ ਦਵੇ, ਅਗਲੇ ਦਿਨ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਜੀ, ਦਾਤ ਖੁੱਸ ਜਾਂਦੀ ਜੀ। ਇਹ ਏਡੀ ਕੀਮਤੀ ਦਾਤ ਹੈ ਜਿਹੜੀ ਹਉਮੈ ਵਿੱਚ ਆ ਕੇ ਦੱਸਣ ਨਾਲ ਵੀ ਗਵਾਚ ਜਾਂਦੀ ਜੇ। ਤੁਸੀਂ ਸੋਨਾ ਸਾਂਭਿਆ, ਕਿਸੇ ਨੂੰ ਦੱਸੋ ਮੇਰੇ ਕੋਲ ਸੋਨਾ, ਸੋਨਾ ਤੁਹਾਡੇ ਕੋਲ ਰਹੇਗਾ, ਗਵਾਚੇਗਾ ਨਹੀਂ। ਪਰ ਇਹ ਦਾਤ ਇਹੋ ਜਿਹੀ ਹੈ ਵੀ ਤੁਸੀਂ ਦੱਸ ਵੀ ਦਿੱਤਾ, ਹਉਮੈ ਵਿੱਚ ਆ ਕੇ ਤੇ ਗਵਾਚ ਜਾਂਦੀ ਜੀ। ਸੋ ਗਰੀਬ ਨਵਾਜ ਸਤਿਗੁਰੂ ਸਾਡੇ ਤੇ ਕਿਰਪਾ ਕਰਿਓ। ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦਿਆਂ ਗੁਰੂ ਹਰਿਰਾਏ ਸਾਹਿਬ ਸਤਿਗੁਰੂ ਜੀ ਜਾਗਦੇ ਹਨ। ਮਹਾਰਾਜ ਇਸ਼ਨਾਨ ਕਰਦੇ ਹਨ। ਗਾਗਰ 101 ਕੇ ਸੰਗ ਮਲੈ ਨਿਜ ਅੰਕ ਕੋ ਸੇਵਕ ਆਨੈ। ਮਹਾਰਾਜ ਸੱਚੇ ਪਾਤਸ਼ਾਹ ਫਿਰ 101 ਗਾਗਰ ਦੇ ਨਾਲ ਗੁਰੂ ਹਰਿਰਾਏ ਸਾਹਿਬ ਜੀ ਇਸ਼ਨਾਨ ਕਰਦੇ ਹੈ। ਇਹ ਬੜਾ ਵੱਡਾ ਉਦਮ ਹੈ ਗੁਰਮੁਖੋ। ਭਾਵੇਂ ਠੰਡ ਹੁੰਦੀ ਸੀ ਤੇ ਭਾਵੇਂ ਗਰਮੀ ਹੋਣੀ, 101 ਗਾਗਰ ਦੇ ਨਾਲ ਸਤਿਗੁਰਾਂ ਨੇ ਇਸ਼ਨਾਨ ਕਰਨਾ। ਬੰਦਾ ਬਹਾਨਾ ਲੱਭਦਾ, ਜਦੋਂ ਠੰਡ ਆਉਂਦੀ ਨਾ ਬਹਾਨੇ ਲੱਭਦੇ ਆ। ਪਰ ਕਿੱਡੀ ਵੱਡੀ ਸੁਚੇਤਤਾਈ ਗੁਰੂ ਹਰਿਰਾਏ ਸਾਹਿਬ ਜੀ ਦੇ ਅੰਦਰ ਜੀ। 101 ਗਾਗਰ ਦੇ ਨਾਲ ਬਿਨ ਨਾਗਾ ਇਸ਼ਨਾਨ ਕਰਦੇ ਹਨ। ਸਾਰੇ ਸਰੀਰ ਨੂੰ ਮਹਾਰਾਜ ਗਰੀਬ ਨਵਾਜ ਐਨ ਬੜੇ ਪਿਆਰ ਨਾਲ ਸਤਿਗੁਰੂ ਜੀ ਇਸ਼ਨਾਨ ਕਰਦੇ। ਸੇਵਕ ਲੈ ਕੇ ਆਉਂਦੇ ਗਾਗਰਾਂ। ਕਿੰਨੇ ਕਮਾਈ ਵਾਲੇ ਉਹ ਗੁਰਸਿੱਖ ਹੋਣਗੇ ਜਿਹੜੇ ਗਾਗਰਾਂ ਲੈ ਕੇ ਆਉਂਦੇ ਆ, ਉਹ ਵੀ 101। 58 ਹੈ, ਕਿੰਨੀਆਂ ਗਾਗਰਾਂ ਬਣ ਜਾਂਦੀਆਂ। ਹੌਲੀ ਹੌਲੀ ਗਿਣਦੇ ਹੀ ਹੋਣਗੇ ਰੋਜ਼ ਵੀ 60 ਹੋ ਗਈਆਂ, 62 ਹੋ ਗਈਆਂ, 63 ਹੋ ਗਈਆਂ।
101 ਗਾਗਰ ਨਾਲ ਸਤਿਗੁਰੂ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ, ਸੇਵਕ ਲੈ ਕੇ ਆਉਂਦੇ ਹਨ। ਆਸਨ ਪੈਥਿਰ ਹੋਏ ਅਗਾਧ, ਬਿਲੋਚਨ ਮੂੰਦ ਸਮਾਦ ਕੋ ਠਾਨੈ। ਫਿਰ ਮਹਾਰਾਜ ਇਸ਼ਨਾਨ ਕਰਕੇ ਨਾ ਜੀ ਆਸਣ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਜਾਂਦੇ ਆ। ਕਹਿੰਦੇ ਆਸਨ ਪੈਥਿਰ ਹੋਏ ਅਗਾਧ, ਅਗਾਧ ਬੋਧ ਸਮਾਧੀ ਲੱਗ ਜਾਂਦੀ। ਸਰੀਰ 1 ਸੈਂਟੀਮੀਟਰ ਵੀ ਨਹੀਂ ਹਿੱਲਦਾ ਸਾਧ ਸੰਗਤ ਜੀ। ਮਹਾਰਾਜ ਦੇ ਅੰਦਰ ਇੰਨਾ ਟਿਕਾਓ ਹੈ ਸਾਧ ਸੰਗਤ ਜੀ। ਆਸਣ ਉੱਤੇ ਸੱਚੇ ਪਾਤਸ਼ਾਹ ਜੀ ਬੈਠ ਜਾਂਦੇ ਆ। ਮੂੰਦ ਸਮਾਧ ਕੋ ਠਾਨੈ, ਲੋਚਨ ਜਿਹੜੇ ਆ ਨਾ ਅੱਖਾਂ ਨੇਤਰ ਬੰਦ ਕਰ ਲੈਂਦੇ ਤੇ ਸਮਾਧੀ ਲੱਗ ਜਾਂਦੀ ਹੈ। ਤੁਹਾਡੇ ਵਿੱਚੋਂ ਕਮਾਈ ਵਾਲੇ ਗੁਰਸਿੱਖ ਬੈਠੇ ਹੋਣਗੇ, ਅੱਖਾਂ ਬੰਦ ਕਰਕੇ ਬਾਣੀ ਪੜ੍ਹਨ ਦਾ, ਅੱਖਾਂ ਬੰਦ ਕਰਕੇ ਕੀਰਤਨ ਸੁਣਨ ਦਾ ਜਿਹੜਾ ਸਵਾਦ ਹੈ, ਜਿਨ੍ਹਾਂ ਨੂੰ ਆ ਜਾਂਦਾ ਉਹ ਅੱਖਾਂ ਖੋਲ ਕੇ ਨਹੀਂ ਜੇ ਫਿਰ ਆਉਂਦਾ ਜੀ। ਔਰ ਸਰੀਰ ਦੀ ਬੜੀ ਐਨਰਜੀ ਬਚ ਜਾਂਦੀ ਜੇ ਜਦੋਂ ਅਸੀਂ ਅੱਖਾਂ ਬੰਦ ਕਰਕੇ ਸਾਧ ਸੰਗਤ ਜੀ ਇਹ ਕਾਰਜ ਕਰਦੇ ਹਾਂ। ਜਿੰਨੀ ਦੂਰ ਦੂਰ ਤੱਕ ਵੇਖਦੇ ਆ ਓਨੀ ਭਟਕਣਾ ਵੱਧਦੀ ਹੈ ਮਨ ਦੀ, ਇਕਾਗਰਤਾ ਨਹੀਂ ਰਹਿੰਦੀ। ਨੇਤਰ ਬੰਦ ਕਰਕੇ ਸਤਿਗੁਰੂ ਜੀ ਸਮਾਧੀ ਲਾ ਕੇ ਫਿਰ ਬੈਠਦੇ ਹਨ। ਆਨੰਦ ਰੂਪ ਅਨੂਪ ਬਿਖੈ ਨਿਜੈ, ਬ੍ਰਿਤ ਟਿਕਾਏ ਥਿਰੇ ਇਕ ਥਾਨੈ। ਆਨੰਦ ਪਰਮੇਸ਼ਰ ਦੇ ਰੂਪ ਦੇ ਵਿੱਚ ਬਿਰਤੀ ਟਿਕਾ ਲੈਂਦੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਇਹ ਬੜਾ ਵਧੀਆ ਕਾਰਜ ਹੈ, ਸਾਧਨਾ ਕਰਨੀ, ਬੈਠਣਾ। ਹੁਣ ਤਾਂ ਸਾਧ ਸੰਗਤ ਜੀ ਸੱਚੀ ਗੱਲ ਹੈ ਵੀ 5 ਬਾਣੀਆਂ ਹੀ ਮਸਾਂ ਹੁੰਦੀਆਂ ਨੇ ਤੇ ਸਾਧਨਾ ਕਿੰਨੇ ਕਰਨੀ ਹੈ ਜੀ। ਟਾਈਮ ਹੀ ਇਹੋ ਜਿਹੇ ਹੋ ਗਏ ਸਾਰਿਆਂ ਦੇ। ਨੇਤਰ ਬੰਦ ਕਰਕੇ ਆਨੰਦ ਦੇ ਵਿੱਚ ਮਗਨ ਹੋ ਕੇ ਬਿਰਤੀ ਨੂੰ ਟਿਕਾ ਕੇ, ਸਰੀਰ ਨੂੰ ਟਿਕਾ ਕੇ ਮਹਾਰਾਜ ਬੈਠਦੇ ਆ। 2 ਮਿੰਟ ਤੁਸੀਂ ਵੀ ਬੈਠਣ ਦਾ ਅਭਿਆਸ ਕਰਿਆ ਕਰੋ। 2 ਮਿੰਟ ਤੋਂ 5 ਹੋ ਜਾਣੇ ਆ, 5 ਤੋਂ 10 ਹੋ ਜਾਣੇ ਆ, 10 ਤੋਂ ਘੰਟਾ ਬਣ ਜਾਂਦਾ ਜੀ। ਹਾਂਜੀ। ਬੈਠੇ ਅਡੋਲ ਰਹੇ ਗੁਰ ਪੂਰਨ, ਆਤਮ ਬ੍ਰਹਮ ਸਮਾਦ ਲਗਾਏ। ਐਨ ਅਡੋਲ ਮਹਾਰਾਜ ਸੱਚੇ ਪਾਤਸ਼ਾਹ ਬੈਠਦੇ ਆ। ਸਰੀਰ ਦਾ ਅੰਗ ਵੀ ਨਹੀਂ ਹਿੱਲਦਾ ਸਾਧ ਸੰਗਤ ਜੀ। ਸਮਾਧੀ ਲਾ ਕੇ ਬ੍ਰਹਮ ਵਿੱਚ ਟਿਕ ਜਾਂਦੇ ਆ। ਅੰਮ੍ਰਿਤ ਵੇਲੇ ਮਹਾਰਾਜ ਬੈਠ ਜਾਂਦੇ ਆ, ਸਰੀਰ ਦਾ ਅੰਗ ਤੱਕ ਨਹੀਂ ਹਿੱਲਦਾ। ਤੇ ਉਮਰ ਕਿੰਨੀ ਜੀ ਅਜੇ? 17 ਸਾਲ ਜੀ। ਮੁੱਖ ਤੇ ਦਾੜਾ ਪ੍ਰਕਾਸ਼ ਹੋਣਾ ਸ਼ੁਰੂ ਹੀ ਹੋਇਆ ਜੀ ਅਜੇ ਗੁਰੂ ਹਰਿਰਾਏ ਸਾਹਿਬ ਜੀ ਦੇ। ਹਾਂਜੀ। ਬਾਹਰ ਗਾਇਕ ਗਾਵਤ ਹੈ, ਸਤਨਾਮ ਮਹਾਤਮ ਕੋ ਸੁਖਦਾਏ। ਬਾਹਰ ਰਾਗੀ ਸਿੱਖ ਜਿਹੜੇ ਆ ਉਹ ਸਮੇਂ ਨਾਲ ਆ ਜਾਂਦੇ ਆ ਤੇ ਬੜੇ ਪਿਆਰ ਨਾਲ ਬਾਹਰ ਉਹ ਕੀਰਤਨ ਸ਼ੁਰੂ ਕਰ ਦਿੰਦੇ ਆਸਾ ਦੀ ਵਾਰ ਦਾ ਜੀ, ਦੀਵਾਨ ਵਿੱਚ। ਹਾਂਜੀ। ਬਾਦਤ ਬਾਜਤ ਤਾਲ ਮਿਲਾਵਤ, ਪ੍ਰੇਮ ਵਧੇ ਸੁਨ ਬੇਚਿਤ ਲਾਏ। ਹਾਂ, ਤਬਲਾ ਵੱਜਦਾ, ਉਦੋਂ ਮਰਦੰਗ ਚੱਲਦੀ ਹੋਏਗੀ। ਇਹੋ ਜਿਹਾ ਤਬਲਾ ਨਹੀਂ ਸੀ ਜਿਹੋ ਜਿਹੇ ਅੱਜ ਨੇ ਸਾਜ਼, ਇਹੋ ਜਿਹੇ ਸਾਜ਼ ਨਹੀਂ ਸੀ। ਪੁਰਾਣੇ ਸਾਜ਼ ਸਨ। ਉਹਨਾਂ ਸਾਜ਼ਾਂ ਦੇ ਨਾਲ ਕੀਰਤਨ ਹੁੰਦਾ ਜੀ। ਪ੍ਰੇਮੀ ਸਿੱਖ ਰੋਜ਼ ਉੱਥੇ ਆ ਕੇ ਬਹਿ ਜਾਂਦੇ। ਕੀਰਤਪੁਰ ਸਾਹਿਬ ਦੀ ਗੱਲ ਹੈ। ਆ ਕੇ ਬੈਠ ਜਾਂਦੇ ਆ ਤੇ ਬੜੇ ਪ੍ਰੇਮ ਨਾਲ ਚਿੱਤ ਲਾ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਆ ਜੀ। ਚਿੱਤ ਲਾ ਕੇ, ਪ੍ਰੇਮ ਨਾਲ ਟਿਕ ਕੇ। ਹਾਂਜੀ। ਸੇਵਕ ਬੈਠ ਸੁਨੇ ਸਮੁਦਾਏ, ਸੋ ਵਾਹਿਗੁਰੂ ਮੁਖ ਜਾਪ ਅਲਾਏ। ਹਾਂ, ਸੇਵਕ ਵੇਖੋ ਬੈਠ ਕੇ ਸੁਣਦੇ ਆ ਨਾ ਜਦੋਂ ਪ੍ਰੇਮ ਨਾਲ, ਤੇ 2 ਕੰਮ ਕਰ ਰਹੇ ਗੁਰਸਿੱਖਾਂ ਦੀ ਕਥਾ 'ਚ। ਸੇਵਕ ਬੈਠ ਸੁਨੈ ਸਮੁਦਾਏ, ਸਾਰੇ ਸਿੱਖ ਬਹਿ ਕੇ ਸੁਣਦੇ ਜਿਵੇਂ ਤੁਸੀਂ ਸੁਣ ਰਹੇ ਹੋ ਨਾ। ਤੇ ਨਾਲ ਕਹਿੰਦੇ ਸੋ ਵਾਹਿਗੁਰੂ ਮੁਖ ਜਾਪ ਆਲਾਏ। ਮੁਖ ਵਿੱਚ ਨਾ ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ ਸਾਧ ਸੰਗਤ ਜੀ। ਇਹ ਦੋਹਰੀ ਭਗਤੀ ਹੁੰਦੀ ਜੀ। ਇੱਕ ਤੇ ਸੁਣ ਰਹੇ ਆ ਜੀ, ਸੁਣਨ ਦੀ ਭਗਤੀ ਹੈ, ਨਾਲ ਹੌਲੀ ਹੌਲੀ ਮੁਖੋਂ ਵਾਹਿਗੁਰੂ ਵਾਹਿਗੁਰੂ। ਜਿਹੜੇ ਦੂਜੇ ਨੂੰ ਨਾ ਸੁਣੇ, ਪ੍ਰੇਮ ਨਾਲ ਜਪੀ ਜਾਂਦੇ ਆ ਜੀ।
ਦੋ ਕੰਮ ਹੋ ਗਏ ਨਾ, ਰਤਨਾ ਤੋਂ ਜਾਪ ਵੀ ਹੋ ਰਿਹਾ, ਕੰਨਾਂ ਤੋਂ ਨਾਮ ਵੀ ਕੀਰਤਨ ਵੀ ਸੁਣਿਆ ਜਾ ਰਿਹਾ ਜੀ। ਹਾਂਜੀ। ਅੰਮ੍ਰਿਤ ਵੇਲ ਤੇ ਹੋਤ ਪ੍ਰਭਾਤ, ਸਮਾਦ ਛੁਟੇ ਦ੍ਰਿਗ ਕੋ ਬਿਕਸਾਏ। ਅੰਮ੍ਰਿਤ ਵੇਲੇ ਮਹਾਰਾਜ ਇਉਂ ਹੀ ਬੈਠਦੇ ਸਮਾਧੀ ਲਾ ਕੇ ਜੀ, ਤੇ ਜਦੋਂ ਪ੍ਰਭਾਤ ਹੁੰਦੀ ਨਾ, ਦਿਨ ਚੜ੍ਹਨਾ ਸ਼ੁਰੂ ਹੁੰਦਾ ਜੀ, ਲੋ ਲੱਗਦੀ ਹੈ, ਫਿਰ ਗੁਰੂ ਹਰਿਰਾਏ ਸਾਹਿਬ ਜੀ ਮਲਕੜੇ ਜੇ ਸਹਿਜੇ ਜੇ ਸਤਿਗੁਰੂ ਜੀ ਨੇਤਰ ਖੋਲਦੇ ਆ। ਮਹਾਰਾਜ ਨੇਤਰ ਖੋਲਦੇ ਆ, ਐਨ ਨੇਤਰ ਖਿੜੇ ਹੁੰਦੇ ਮਹਾਰਾਜ ਦੇ। ਕਈਆਂ ਦੀਆਂ ਅੱਖਾਂ ਵਿੱਚ ਇੰਨਾ ਤੇਜ ਹੁੰਦਾ ਹੈ, ਇੰਨਾ ਨੂਰ ਹੁੰਦਾ ਹੈ, ਉਹਨਾਂ ਦੀ ਅੱਖ 'ਚ ਅੱਖ ਪਾ ਕੇ ਨਹੀਂ ਕੋਈ ਵੇਖ ਸਕਦਾ। ਸਾਧ ਸੰਗਤ ਜੀ, ਕਮਾਈ ਹੈ ਨਾ ਜੀ ਸ਼ਬਦ ਦੀ। ਕਈ ਸਿੰਘ ਜਿਹੜੇ ਬਾਣੀ ਪੜ੍ਹਦੇ, ਉਹਨਾਂ ਦੀ ਅੱਖ 'ਚ ਅੱਖ ਪਾ ਕੇ ਨਹੀਂ ਵੇਖਿਆ ਜਾਂਦਾ। ਮਹਾਰਾਜ ਦੇ ਨੇਤਰ ਐਨ ਖਿੜੇ ਨੇ ਸਤਿਗੁਰਾਂ ਦੇ। ਚੰਦਨ ਕੁੰਕਮ ਸੋਕਨ ਸਾਰ, ਮਿਲਾਏ ਕਸਾਏ ਕੈ ਸੇਵਕ ਲਿਆਏ। ਹਾਂ, ਫਿਰ ਗੁਰੂ ਕੇ ਸਿੱਖ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਵਾਸਤੇ ਜਿਹੜੇ ਬਸਤਰ ਸਤਿਗੁਰਾਂ ਨੇ ਪਾਣੇ ਆ, ਉਹ ਤਿਆਰ ਕਰਕੇ ਲੈ ਕੇ ਆਉਂਦੇ ਹਨ। ਭਾਲ ਪੈ ਸੁੰਦਰ ਟੀਕੋ ਲਗਾਏ, ਮਹਾਦੂਤ ਪਾਏ ਮਨੋ ਜਲ ਜਾਏ। ਸੋਹਣਾ ਦਸਤਾਰਾ ਸਤਿਗੁਰੂ ਜੀ ਸਜਾਉਂਦੇ ਆ। ਫਿਰ ਮਹਾਰਾਜ ਦਸਤਾਰ ਸਜਾਉਂਦੇ ਹਨ। ਸੁੰਦਰ ਸੁਖਮ ਚੀਰ ਸ਼ਰੀਰ, ਤਬੇ ਪਹਿਰੇ ਗੁਰ ਅੰਗ ਸਜਾਏ। ਤੇ ਬੜਾ ਸੋਹਣਾ ਬਹੁਤ ਵਧੀਆ ਚੋਲਾ ਸਤਿਗੁਰੂ ਜੀ ਨਿਤ ਦੀ ਮਰਿਆਦਾ ਅਨੁਸਾਰ ਆਪਣੇ ਤਨ ਦੇ ਉੱਤੇ ਪਾਉਂਦੇ ਆ ਜੀ। ਹਾਂਜੀ। ਕਬਿਤ ਏਕ ਸਤ ਏਕ ਪਾਟ, ਜਾਮੇ ਕੋ ਬਨਾਏ ਠਾਟ, ਸੁਖਮ ਅਧਿਕ ਅੰਗ ਸੁੰਦਰ ਸਜਾਵਾਈ। ਕੱਦ ਗੁਰੂ ਹਰਿਰਾਏ ਸਾਹਿਬ ਜੀ ਦਾ ਲੰਬਾ ਜੀ। ਬਾਬਾ ਗੁਰਦਿੱਤਾ ਜੀ ਦਾ ਕੱਦ ਵੀ ਲੰਬਾ ਸੀਗਾ, ਉਹਨਾਂ ਦੇ ਪੁੱਤਰ ਨੇ। ਛੇਵੇਂ ਪਾਤਸ਼ਾਹ ਦਾ ਕੱਦ ਵੀ ਬੜਾ ਲੰਬਾ ਸੀ। ਕੱਦ ਲੰਬਾ ਜੀ। ਤੇ ਜਿਹੜਾ ਚੋਲਾ ਮਹਾਰਾਜ ਪਾਉਂਦੇ ਆ ਨਾ, 101 ਕਲੀ ਵਾਲਾ ਚੋਲਾ ਸਤਿਗੁਰੂ ਜੀ ਪਾਉਂਦੇ ਆ। ਹੁਣ ਤਾਂ ਸਾਡੇ ਵੀਰ ਜਿਹੜੇ ਚੋਲੇ ਪਾਉਂਦੇ, ਉਹਨੂੰ ਇੱਕ ਵੀ ਨਹੀਂ ਕਲੀ ਹੁੰਦੀ। ਸਾਧ ਸੰਗਤ ਜੀ, ਹੌਲੀ ਹੌਲੀ ਕੰਮ, ਬੀਬੀਆਂ ਦੇ ਕੱਪੜਿਆਂ ਨੂੰ ਕਲੀ ਨਹੀਂ ਸੀ ਹੁੰਦੀ ਕੋਈ। ਉਹ ਸਿੰਘ ਵੀ ਇਹੋ ਜਿਹੇ ਕੁੜਤੇ ਪਾਉਣ ਲੱਗ ਪਏ ਜੀ। 101 ਕਲੀ ਵਾਲਾ ਚੋਲਾ ਸਤਿਗੁਰੂ ਜੀ ਪਾਉਂਦੇ ਆ। ਮਹਾਰਾਜ ਕਿੱਡੇ ਫੱਬਦੇ ਹੋਣਗੇ ਜੀ। 52 ਕਲੀਆਂ ਵਾਲਾ ਚੋਲਾ ਬੰਦੀ ਛੋੜ ਦਾਤਾ ਜੀ ਨੇ ਪਾਇਆ, ਪਰ ਗੁਰੂ ਹਰਿਰਾਏ ਸਾਹਿਬ 101 ਕਲੀ ਵਾਲਾ ਚੋਲਾ ਪਾਉਂਦੇ ਜੀ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜਦੋਂ ਆਪਣੇ ਸਰੀਰ ਉੱਤੇ ਉਹ ਚੋਲਾ ਪਾਉਂਦੇ ਆ, ਬਹੁਤਾ ਹੀ ਉਹ ਬਸਤਰ ਸਤਿਗੁਰੂ ਜੀ ਨੂੰ ਫੱਬਦਾ ਹੈ। ਭਾਗ ਪਰ ਜਿਗਾ ਲਗ ਜਬਰ ਜਵਾਹਰ ਸੋ, ਹਾਂਜੀ। ਸ਼ੋਭੇ ਮੁਖ ਮੰਡਲ ਤੇ ਕੁੰਡਲ ਡੁਲਾਵਾਈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਹਰ ਰੋਜ਼ ਦਸਤਾਰ ਦੇ ਉੱਤੇ ਜਿਗਾ ਤੇ ਜਿਗੇ ਉੱਤੇ ਕਲਗੀ ਵੀ ਸਜਾ ਲੈਂਦੇ ਆ। ਸੋਹਣਾ ਰੂਪ ਬਣਾਉਂਦੇ ਹਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਉੱਠ ਕੇ ਚਲਤ ਜਬ ਜਾਮੇ ਕੋ ਸਮੇਟੇ ਤਬ, ਬਾਕ ਜੋ ਪਿਤਾ ਮੇ ਕਹਿਓ ਫੁੱਲ ਟੁੱਟ ਜਾਣ ਤੇ। ਹੁਣ ਆਹ ਗੱਲ ਧਿਆਨ ਨਾਲ ਸੁਣਿਓ। ਬਸਤਰ ਵੀ ਸੋਹਣੇ ਪਾਲੇ, ਦਸਤਾਰ ਵੀ ਸੋਹਣੀ ਸਜਾ ਲਈ, ਸ਼ਸਤਰ ਵੀ ਸਜਾਉਂਦੇ ਆ, ਪਰ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਦਾਦਾ ਗੁਰੂ ਜੀ ਦਾ ਬਚਨ ਗੁਰਮੁਖੋ ਪੱਲੇ ਬੰਨਿਆ। ਬਚਨ ਗੁਰੂ ਜੋ ਪੂਰੇ ਕਹਿਓ, ਮੈਂ ਸ਼ੀਕ ਗਾਂਠੜੀ ਵਾਧਾ। ਪਤਾ ਕਿਵੇਂ ਜੀ? ਚੋਲਾ ਪਾ ਕੇ ਜਦੋਂ ਆਪਣੇ ਨਿੱਜੀ ਘਰ ਤੋਂ ਮਹਾਰਾਜ ਤੁਰਦੇ ਆ ਦੀਵਾਨ ਸਥਾਨ ਤੇ ਜਾਣ ਨੂੰ, ਤੇ ਉੱਠ ਕੇ ਚਲਤ ਜਬ ਜਾਮੇ ਕੋ ਸਮੇਟੇ ਤਬ। ਜਦੋਂ ਉੱਠਦੇ ਆ ਨਾ, ਮਹਾਰਾਜ ਆਪਣੇ ਚੋਲੇ ਨੂੰ ਸਮੇਟ ਲੈਂਦੇ ਆ ਜੀ। ਹੁਣ 101 ਕਲੀਆਂ ਵਾਲਾ ਚੋਲਾ ਖੁੱਲਾ ਵੀ ਕਿੰਨਾ ਹੋਏਗਾ, ਉਹਨੂੰ ਸਮੇਟ ਲੈਂਦੇ ਸੱਚੇ ਪਾਤਸ਼ਾਹ। ਬਾਕ ਜੋ ਪਿਤਾਮੇ ਕਹਿਓ ਫੁੱਲ ਟੁੱਟ ਜਾਣ ਤੇ। ਦਾਦਾ ਜੀ ਨੇ ਬਚਨ ਕੀਤਾ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਨੇ, ਫੁੱਲ ਟੁੱਟਿਆ ਜਾਮੇ ਵੱਡੇ ਪਾਈਏ ਤੇ ਸੰਕੋਚ ਕੇ ਚੱਲਣਾ ਚਾਹੀਦਾ ਹੈ ਜੀ। ਅਸੀਂ ਗੁਰਮੁਖੋਂ ਸੁਣਦੇ ਹਾਂ, ਸੁਣ ਕੇ ਭੁੱਲ ਜਾਂਦੇ ਹਾਂ। ਧੰਨ ਨੇ ਗੁਰੂ ਹਰਿਰਾਏ ਸਾਹਿਬ। ਕਮਾਈ ਹੈ ਨਾ ਜੀ। ਬਚਨ ਸੁਣਿਆ,
ਸਾਰੀ ਉਮਰ ਹੀ ਮਹਾਰਾਜ ਚੋਲਾ ਸੰਕੋਚ ਕੇ ਤੁਰਦੇ ਸੀ, ਇੱਕ ਬੰਨੋਂ ਫੜ ਕੇ ਚੋਲਾ ਚੱਲਦੇ ਸੀਗੇ ਜੀ। ਇਉਂ ਮਹਾਰਾਜ ਜਾਮੇ ਨੂੰ ਸੰਕੋਚ ਕੇ ਅੱਗੇ ਚੱਲਦੇ ਹਨ। ਉਮਰ ਪਰਯੰਤ ਸੋ ਨੇਮ ਕੋ ਨਿਭਾਇਓ ਆਪ, ਹਾਂਜੀ। ਸ਼ੋਰਕਾਰ ਚੀਰ ਨਹੀਂ ਕਬਹੂ ਪਿਆਨ ਤੇ। ਭਾਈ ਸੰਤੋਖ ਸਿੰਘ ਕਹਿੰਦੇ, ਗੁਰਸਿੱਖੋ ਸਾਰੀ ਉਮਰ ਗੁਰੂ ਹਰਿ ਰਾਏ ਸਾਹਿਬ ਨੇ ਕਦੀ ਚੋਲਾ ਖੁੱਲਾ ਛੱਡ ਕੇ ਨਹੀਂ ਸੀ ਤੁਰੇ ਮਹਾਰਾਜ। ਇੱਕ ਹੱਥ ਨਾਲ ਚੋਲਾ ਸੰਕੋਚ ਲੈਣਾ, ਚੋਲਾ ਸੰਕੋਚ ਕੇ ਗੁਰੂ ਹਰਿ ਰਾਏ ਸਾਹਿਬ ਸਤਿਗੁਰੂ ਜੀ ਚੱਲਦੇ ਆ। ਇਹਨੂੰ ਕਹਿੰਦੇ ਚ ਬਚਨ ਮੰਨਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਕਹਿੰਦੇ ਚ ਬਚਨ ਮੰਨਣਾ। ਸਾਨੂੰ ਇੱਕ ਦਿਨ ਚੇਤਾ ਰਹਿੰਦਾ, 2 ਦਿਨ ਚੇਤਾ ਰਹਿੰਦਾ, ਫਿਰ ਆਪਾਂ ਆਪਣੀ ਰੂਟੀਨ ਵਿੱਚ ਹੋ ਜਾਂਦੇ, ਗੱਲਬਾਤ ਸਾਨੂੰ ਭੁੱਲ ਜਾਂਦੀ ਹੈ, ਭੁੱਲ ਜਾਂਦੀ ਸਾਨੂੰ ਗੱਲ। ਸਾਧ ਸੰਗਤ ਜੀ, ਧੰਨ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਉਮਰ ਹੀ ਇਹ ਨੇਮ ਨਿਭਾਉਂਦੇ ਹਨ। ਹੋਤ ਹੀ ਪ੍ਰਭਾਤ ਆਏ ਬੈਠਤ ਦੀਵਾਨ ਵਿਖੈ, ਬਾਜਤ ਰਬਾਬ ਸੋ ਮ੍ਰਿਦੰਗ ਤੁਨ ਠਾਨ ਤੇ। ਲੋ ਲੱਗਦੀ ਪ੍ਰਭਾਤ ਹੁੰਦੀ, ਗੁਰੂ ਹਰਿ ਰਾਏ ਸਾਹਿਬ ਜੀ ਉੱਠਦੇ ਆ, ਮਹਾਰਾਜ ਆ ਕੇ ਦੀਵਾਨ ਵਿੱਚ ਬੈਠਦੇ ਆ। ਤੇ ਰਬਾਬੀ ਬੜੇ ਸਿਆਣੇ ਨੇ, ਜਦੋਂ ਮਹਾਰਾਜ ਆ ਕੇ ਆਸਣ ਤੇ ਬੈਠਦੇ ਆ ਨਾ, ਫਿਰ ਉਹ ਦਰਸ਼ਨਾਂ ਦਾ ਸ਼ਬਦ ਪੜ੍ਹਦੇ ਆ, ਗੁਰੂ ਸਾਹਿਬ ਦੇ ਦਰਸ਼ਨਾਂ ਦਾ। ਦਰਸ਼ਨ ਦੇਖ ਜਿਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਨਾਲੇ ਉਹ ਸ਼ਬਦ ਪੜ੍ਹ ਰਹੇ ਆ, ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ। ਸੁਣੈ ਮੋਨ ਠਾਨ ਤੇ ਮਹਾਨ ਸੁਖ ਮਾਨ ਤੇ, ਕਸ਼ਟ ਗਨ ਹਾਨ ਤੇ ਜੋ ਉਦਰੇ ਜਹਾਨ ਤੇ। ਮਹਾਰਾਜ ਬੜੀ ਸ਼ਾਂਤੀ ਨਾਲ ਟਿਕ ਕੇ ਗੁਰਬਾਣੀ ਜੀ ਦਾ ਕੀਰਤਨ ਸੁਣਦੇ ਆ ਜੀ, ਸਿੱਖ ਵੀ ਸੁਣਦੇ ਆ। ਸੁਣੈ ਮੌਨ ਠਾਨ ਤੇ, ਜਦੋਂ ਕੀਰਤਨ ਸੁਣੋ ਨਾਲ ਆਪਣੀ ਗੱਲ ਨਾ ਕਰੋ, ਰੌਲਾ ਨਾ ਪਾਓ, ਚੁੱਪ ਕਰਕੇ ਮਹਾਰਾਜ ਸਤਿਗੁਰੂ ਜੀ ਕੀਰਤਨ ਸੁਣਦੇ। ਤੇ ਮਹਾਨ ਸੁਖ ਮਾਨ ਤੇ, ਬਾਣੀ ਸੁਣਨ ਦਾ, ਕਥਾ ਸੁਣਨ ਦਾ, ਕੀਰਤਨ ਸੁਣਨ ਦਾ ਵੱਡਾ ਸੁੱਖ ਜਿਹੜਾ ਹੈ ਨਾ, ਗੁਰਮੁਖੋ ਉਹਨੂੰ ਮਾਣਦੇ ਆ, ਉਸ ਆਨੰਦ ਨੂੰ ਮਾਣਦੇ। ਆਨੰਦ ਆਉਂਦਾ ਗੁਰਮੁਖਾਂ ਨੂੰ। ਕਸ਼ਟ ਗਨ ਹਾਨ ਤੇ ਸੋ ਉਤਰੈ ਜਹਾਨ ਤੇ, ਗੁਰਬਾਣੀ ਦਾ ਕੀਰਤਨ ਸੁਣਿਆ, ਵੱਡੇ ਤੋਂ ਵੱਡਾ ਕਸ਼ਟ ਦੂਰ ਹੋ ਜਾਂਦਾ। ਜਿਹੜਾ ਪਿਆਰ ਨਾਲ ਕੀਰਤਨ ਸੁਣਦਾ, ਉਹ ਸੰਸਾਰ ਸਾਗਰ ਤੋਂ ਤਾਰੀ ਜਾਂਦਾ। ਸਾਧ ਸੰਗਤ ਜੀ, ਹਰ ਰੋਜ਼ ਤੇ ਆਪਾਂ ਪੜ੍ਹਦੇ, ਮਹਾਰਾਜ ਜਪਜੀ ਸਾਹਿਬ 'ਚ ਦੱਸਦੇ, ਕਥਾ ਕੀਰਤਨ ਸੁਣਨ ਦਾ ਕਿੱਡਾ ਵੱਡਾ ਫਲ ਹੈ ਗੁਰਮੁਖੋ। ਕਿੰਨਾ ਵੱਡਾ ਫਲ ਹੈ ਭਲਾ, ਤੁਸੀਂ ਬੈਠੇ ਹੋ, ਇਹਦਾ ਕਿੰਨਾ ਵੱਡਾ ਫਲ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਦੁੱਖ ਦੂਰ ਹੁੰਦੇ ਤੁਸੀਂ ਕੀਰਤਨ ਸੁਣੋ। ਮੈਂ ਕੱਲ ਇੱਕ ਸਿੰਘ ਦੀ ਇੰਟਰਵਿਊ ਸੁਣ ਰਿਹਾ ਸਾਂ, PGI ਨੇ ਉਹਨੂੰ ਜਵਾਬ ਦਿੱਤਾ ਸੀ ਗੁਰਮੁਖੋ। ਰੋਗ ਇਹੋ ਜਿਹਾ ਲੱਗਾ ਸੀ, ਅਮਰੀਕਾ ਦੇ ਵਿੱਚ ਇਲਾਜ ਕਰਾਉਣ ਗਿਆ, ਗੱਲ ਨਹੀਂ ਬਣੀ। ਇੱਥੇ ਵੀ PGI ਨੇ ਜਵਾਬ ਦਿੱਤਾ। ਉਹਨੂੰ ਇੱਕ ਗੁਰਮੁਖ ਪਿਆਰਾ ਮਿਲਿਆ, ਉਹਨੇ ਉਹਨੂੰ ਚਿੱਪ ਦਿੱਤੀ, ਸ਼ਬਦ ਦਿੱਤੇ, ਕਹਿੰਦੇ ਆ ਕੀਰਤਨ ਸੁਣਿਆ ਕਰ। ਉਹਨੇ ਕੀਰਤਨ ਸੁਣਨਾ ਸ਼ੁਰੂ ਕੀਤਾ। ਉਹਨੂੰ ਇਹ ਸੀ ਵੀ ਡਾਕਟਰਾਂ ਕਿਹਾ ਸੀ 6 ਮਹੀਨੇ ਵਿੱਚ ਰੋਗ ਸਾਰੇ ਸਰੀਰ 'ਚ ਫੈਲਣਾ ਤੇ ਇਹਦੀ ਮੌਤ ਹੋਣੀ ਹੈ। 3 ਮਹੀਨਿਆਂ ਵਿੱਚ 50% ਉਹ ਠੀਕ ਹੋ ਗਿਆ ਸੀ ਗੁਰਮੁਖੋ। 6 ਮਹੀਨਿਆਂ ਬਾਅਦ ਪੂਰਾ ਠੀਕ ਹੋ ਗਿਆ। ਡਾਕਟਰ ਹੈਰਾਨ ਸਨ ਵੀ ਤੂੰ ਠੀਕ ਕਿਵੇਂ ਹੋਇਆ। 3 ਮਹੀਨੇ ਕੀਰਤਨ ਸੁਣਦਾ ਹੀ ਰਿਹਾ, ਚੌਥੇ ਮਹੀਨੇ ਮੁੱਖੋਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰਤਾ ਜੀ। ਅਭਿਆਸ ਵੀ ਸ਼ੁਰੂ ਹੋ ਗਿਆ। 6 ਮਹੀਨੇ ਤੱਕ ਬਿਲਕੁਲ ਹੀ ਰਾਜੀ ਹੋ ਗਿਆ। ਜਿਉਂਦਾ ਜਾਗਦਾ ਨਾਮ ਜਪਦਾ, ਦੂਜਿਆਂ ਨੂੰ ਜਪਾਉਂਦਾ। ਅੱਜ ਵੀ ਉਹ ਹੈ ਜੀ। ਉਹਦੀ ਇੰਟਰਵਿਊ ਤੁਸੀਂ ਮੇਰੇ ਕੋਲ ਫੋਨ 'ਚ ਵੇਖ ਸਕਦੇ ਹੋ, ਝੂਠ ਨਹੀਂ ਕਹਿ ਰਿਹਾ। ਕਿਉਂ ਜੀ?
ਇੱਕ ਵਾਰੀ ਮਹਾਰਾਜ ਕਹਿ ਦੇਣ ਬਹੁਤ ਹੈ, ਪਰ ਗੁਰੂ ਨਾਨਕ ਸਾਹਿਬ ਨੇ 4 ਵਾਰੀ ਕਿਹਾ ਜੇ ਸੁਣਿਆ, ਦੁੱਖ ਪਾਪ ਕਾ ਨਾਸ। ਸਿੱਖੋ ਸੁਣੋ, ਸੁਣਨ ਦੇ ਨਾਲ ਤੁਹਾਡੇ ਦੁੱਖ ਵੀ ਦੂਰ ਹੋਣਗੇ, ਪਾਪ ਵੀ ਦੂਰ ਹੋਣਗੇ। ਕਿਉਂਕਿ ਪਾਪ ਜਿਹੜੇ ਆ ਨਾ, ਉਹਨਾਂ ਕਰਕੇ ਦੁੱਖ ਆਉਂਦਾ ਜ਼ਿੰਦਗੀ 'ਚ, ਪਰ ਜਦੋਂ ਸੁਣੀਏ ਪਿਆਰ ਨਾਲ ਫਿਰ ਨਾਸ ਹੋ ਜਾਂਦੇ ਇਹ ਚੀਜ਼ਾਂ। ਸੋ ਕਹਿੰਦੇ ਆ ਫਿਰ ਮਹਾਰਾਜ ਵੀ ਬੜੇ ਪਿਆਰ ਨਾਲ ਕੀਰਤਨ ਸੁਣਦੇ। ਗੁਰਮੁਖੋ, ਜਿਹੜਾ ਕੰਮ ਸਾਡੇ ਗੁਰੂ ਜੀ ਕਰ ਰਹੇ ਆ, ਸਾਨੂੰ ਕਿਉਂ ਨਹੀਂ ਕਰਨਾ ਚਾਹੀਦਾ? ਕਹਿੰਦੇ 100 ਕੰਮ ਛੱਡ ਕੇ ਆਰਾਮ ਕਰ ਲਓ, 100 ਕੰਮ ਛੱਡ ਕੇ ਆਰਾਮ ਕਰ ਲਓ, 1000 ਕੰਮ ਛੱਡ ਕੇ ਪ੍ਰਸ਼ਾਦਾ ਛਕ ਲਿਆ ਕਰੋ, ਪਰ ਕਰੋੜਾਂ ਕੰਮ ਛੱਡ ਕੇ ਸੰਗਤ ਕਰਿਆ ਕਰੋ, ਨਾਮ ਜਪਿਆ ਕਰੋ। ਐਡਾ ਜ਼ਰੂਰੀ ਕੰਮ ਹੈ ਇਹ। ਜਿੱਥੇ ਪਾਪ ਨਾਸ ਹੁੰਦੇ, ਜਿੱਥੇ ਦੁੱਖ ਨਾਸ ਹੁੰਦੇ ਆ। ਹਾਂਜੀ। ਗੁਰੂ ਕੇ ਦਰਸ ਹੇਤ ਆਏ ਤਹਿ ਸਮੈ ਸਿੱਖ, ਦੇਖਬੇ ਤੇ ਭਗਤ ਅੰਕੁਰ ਹੋਏ ਆਵਈ। ਵਾਹ ਵਾਹ। ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਬੜੀ ਬੜੀ ਦੂਰੋਂ ਸਿੱਖ ਆਉਂਦੇ ਉਸ ਸਮੇਂ ਅੰਮ੍ਰਿਤ ਵੇਲੇ। ਪਰ ਕਹਿੰਦੇ ਆ ਹਜੂਰ ਕੋ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਦੇ ਦਰਸ਼ਨ ਜਦੋਂ ਕਰਦੇ ਆ ਨਾ, ਗੁਰੂ ਕੇ ਦਰਸ ਹੇਤ ਆਏ ਤੇ ਸਮੇਂ ਸਿੱਖ, ਦੇਖਬੇ ਤੇ ਭਗਤ ਅੰਕੁਰ ਹੋਏ ਆਵਈ। ਬਸ ਦਰਸ਼ਨ ਕਰਦਿਆਂ ਹੀ ਭਗਤੀ ਦਾ ਅੰਕੁਰ ਫੁੱਟ ਪੈਂਦਾ। ਗੁਰਮੁਖੋ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਦੇ ਦਰਸ਼ਨ ਕਰਦਿਆਂ ਹੀ ਗੁਰੂ ਹਰਿਰਾਏ ਸਾਹਿਬ ਜੀ ਦੇ ਭਗਤੀ ਦਾ ਅੰਕੁਰ ਫੁੱਟ ਪੈਂਦਾ, ਭਜਨ ਕਰਨ ਦਾ ਜੀ ਕਰਨ ਲੱਗ ਪੈਂਦਾ। ਪ੍ਰੇਮ ਸੋ ਪ੍ਰਤੀਤ ਕਰ ਦਰਸੇ ਹਜੂਰ ਕੋ, ਤਾਤਕਾਲ ਫਲ ਮਨ ਬਾਂਛਤ ਕੋ ਪਾਵਈ। ਤੇ ਜਿਹੜਾ ਕੋਈ ਸਤਿਗੁਰਾਂ ਦੇ ਦਰਸ਼ਨ ਬੜੇ ਪ੍ਰੇਮ ਨਾਲ ਕਰੇ ਨਾ, ਬੜੇ ਹੀ ਪ੍ਰੇਮ ਨਾਲ, ਤੇ ਤਤਕਾਲ ਉਹਨੂੰ ਉਹ ਫਲ ਮਿਲਦਾ ਜਿਹੜੀ ਉਹਦੇ ਮਨ ਵਿੱਚ ਇੱਛਾ ਹੁੰਦੀ ਸੀਗੀ ਜੀ। ਤਤਕਾਲ ਹੀ ਉਸੇ ਵੇਲੇ ਉਹਨੂੰ ਉਹ ਫਲ ਪ੍ਰਾਪਤ ਹੁੰਦਾ। ਬੈਠੇ ਰਹੇ ਕੇਤੇ ਕਾਲ ਸ੍ਰੀ ਗੁਰੂ ਕਿਰਪਾਲ ਮਹਾ, ਸੰਗਤ ਨਿਹਾਲ ਕਰ ਦਰਸ ਦਿਖਾਵਈ। ਹਰ ਰੋਜ਼ ਅੰਮ੍ਰਿਤ ਵੇਲੇ ਗੁਰੂ ਹਰਿਰਾਏ ਸਾਹਿਬ ਜੀ ਸਮਾਧੀ ਤੋਂ ਬਾਅਦ ਪ੍ਰਭਾਤ ਜਦੋਂ ਚੜ੍ਹਦਾ, ਸੰਗਤ ਨੂੰ ਦਰਸ਼ਨ ਦੇਣ ਲਈ ਪਹੁੰਚਦੇ ਆ। ਕੁਝ ਸਮਾਂ ਬੈਠੇ ਰਹਿੰਦੇ ਆ ਸਾਨੂੰ ਦਰਸ਼ਨ ਦੇਣ ਵਾਸਤੇ। ਤੇ ਗੁਰਮੁਖੋ, ਭਾਵਨਾ ਬਣਾਇਆ ਕਰੋ, ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਦਰਸ਼ਨ ਦੇਣ ਲਈ ਬੈਠੇ ਆ। ਬੜਾ ਵੱਡਾ ਪਰਉਪਕਾਰ ਚ ਮਹਾਰਾਜ ਸਤਿਗੁਰਾਂ ਦਾ। ਮਹਾਰਾਜ ਕੁਝ ਸਮਾਂ ਬੈਠੇ ਰਹਿੰਦੇ ਆ, ਸੰਗਤਾਂ ਨੂੰ ਦਰਸ਼ਨ ਦਿੰਦੇ ਰਹਿੰਦੇ ਆ, ਨਿਹਾਲ ਕਰਦੇ ਹਨ। ਦਾਸ ਉਰ ਭਾਵਈ ਆਨੰਦ ਉਪਜਾਵਈ। ਹਾਂਜੀ। ਬਦਨ ਬਿਕਸਾਵਈ ਸੋ ਸ਼ਬਦ ਤੇ ਸੁਹਾਵਈ। ਐਨ ਦਾਸਾਂ ਦੇ ਹਿਰਦਿਆਂ ਨੂੰ ਖੜਾ ਦਿੰਦੇ ਗੁਰੂ ਹਰਿਰਾਏ ਸਾਹਿਬ। ਕਿੱਡੇ ਮਨਮੋਹਣੇ ਦਰਸ਼ਨ ਹੋਣਗੇ। ਇਮੈਜਿਨ ਕਰਿਆ ਕਰੋ, ਸੁਰਤ ਟਿਕਾ ਕੇ ਸੋਚਿਆ ਕਰੋ, ਉਹ ਕਿੱਡਾ ਸੋਹਣਾ ਰੂਪ ਹੋਏਗਾ। ਮਹਾਰਾਜ ਸਤਿਗੁਰੂ ਆਪਣੇ ਦਾਸਾਂ ਨੂੰ, ਸੇਵਕਾਂ ਨੂੰ ਦਰਸ਼ਨ ਦੇ ਦੇ ਕੇ ਨਿਹਾਲ ਕਰ ਦਿੰਦੇ ਹਨ। ਚਰਨ ਕਮਲ ਸੰਗ ਆਰਤੀ ਕੋ ਗਾਵੇ ਜਬ, ਹਾਂਜੀ। ਕੀਰਤਨ ਭੋਗ ਤੇ ਕਰਤ ਅਰਦਾਸ ਕੋ। ਇਹ ਸਾਡੀਆਂ ਚੌਂਕੀਆਂ ਨੇ ਕੀਰਤਨ ਦੀਆਂ। ਚਰਨ ਕਮਲ ਦੀ ਚੌਂਕੀ, ਆਰਤੀ ਦੀ ਚੌਂਕੀ, ਹਰ ਰੋਜ਼ ਉਹ ਚੌਂਕੀ ਲੱਗਦੀ ਹੈ। ਮਹਾਰਾਜ ਉਹਨਾਂ ਸਮਾਂ ਬੈਠੇ ਰਹਿੰਦੇ ਹਨ। ਫਿਰ ਕੀਰਤਨ ਦਾ ਭੋਗ ਪੈਂਦਾ ਹੈ, ਅਰਦਾਸ ਹੁੰਦੀ ਹੈ। ਸੂਪਕਾਰ ਆਏ ਕੇ ਅਗਾਰੀ ਥਿਰ ਹੋਏ ਪੁੰਨ, ਦੇਗ ਪਈ ਤਿਆਰ ਕਰੇ ਬਾਕਨ ਪ੍ਰਕਾਸ਼ ਕੋ। ਇਹ ਰੋਜ਼ ਦੀ ਮਰਿਆਦਾ 'ਚ ਸਤਿਗੁਰਾਂ ਦੀ। ਫਿਰ ਲਾਂਗਰੀ ਮਹਾਰਾਜ ਕੋਲ ਆਉਂਦਾ ਅਰਦਾਸ ਤੋਂ ਬਾਅਦ। ਅਰਦਾਸ ਕਰਦਾ, ਸੱਚੇ ਪਾਤਸ਼ਾਹ ਮਹਾਰਾਜ ਪ੍ਰਸ਼ਾਦਾ ਤਿਆਰ ਹੈ, ਮਹਾਰਾਜ ਆਪ ਕਿਰਪਾ ਕਰੋ, ਸਤਿਗੁਰੂ ਜੀ ਪ੍ਰਸ਼ਾਦਾ ਛਕੋ। ਆਇਸ ਲੈ ਗੁਰੂ ਹਰ ਰਾਏ ਕੀ ਸਿਧਾਵੇ ਫੇਰ, ਆਨਤ ਹਕਾਰ ਸਿੱਖ ਸੰਗਤ ਸਿਦਾਸ ਕੋ। ਮਹਾਰਾਜ ਆਗਿਆ ਕਰਦੇ ਆ, ਫਿਰ ਵਰਤਾਵੇ ਆਉਂਦੇ ਆ, ਪੰਗਤਾਂ ਲੱਗਦੀਆਂ ਹਨ। ਲੰਗਰ ਮੈਂ ਜਾਏ ਸਮੁਦਾਇ ਕੋ ਮਿਲਾਏ ਕਰ, ਭੋਜਨ ਕੋ ਖਾਏ ਤ੍ਰਿਪਤਾਏ ਸਾਧ ਰਾਸ ਕੋ। ਵਾਹ ਵਾਹ। ਸਤਿਗੁਰੂ ਫਿਰ ਸੰਗਤਾਂ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਜੀ।
ਕਿੱਡੀ ਵੱਡੀ ਵਡਿਆਈ ਜੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਥੋੜਾ ਜਿਹਾ ਕੋਈ ਗੁਰਮੁਖੋ ਮਾਣ ਪਦਵੀ ਮਿਲ ਜਾਵੇ, ਬੰਦਾ ਸੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਨਹੀਂ ਤੇ ਛਕਦਾ। ਉਹ ਖਾਸ ਬਣ ਜਾਂਦੇ ਜੀ, ਵੀ ਹੁਣ ਅਸੀਂ ਖਾਸ ਹੋ ਗਏ ਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਸਾਰੀ ਸੰਗਤ ਦੇ ਨਾਲ। ਜੈਸੇ ਉਡ ਮੰਡਲ ਮੇ ਚੰਦਰਮਾ ਬਿਰਾਜੇ ਬਹੁ, ਹਾਂਜੀ, ਤੈਸੇ ਦੁੱਤ ਹੋਤ ਗਨ ਸੰਗਤਾਂ ਪਰਿਵਾਰ ਤੇ। ਕਹਿੰਦੇ ਜਿਵੇਂ ਤਾਰੇ ਨਹੀਂ ਹੁੰਦੇ, ਤਾਰੇ, ਉਹਨਾਂ ਤਾਰਿਆਂ ਦੇ ਵਿੱਚ ਚੰਦ ਫੱਬਦਾ ਗੁਰਮੁਖੋ, ਸੋਹਣਾ ਲੱਗਦਾ, ਵੱਖਰਾ ਹੀ ਲੱਗਦਾ। ਸਾਰੀ ਗੁਰੂ ਕੀ ਸਿੱਖ, ਗੁਰੂ ਕੀ ਸੰਗਤ ਤਾਰਿਆਂ ਵਰਗੇ ਹੈ, ਤੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਵਿੱਚ ਚੰਦ ਵਰਗੇ ਫੱਬਦੇ ਸਾਧ ਸੰਗਤ ਜੀ। ਹਾਂਜੀ, ਚੌਂਕੇ ਕੀ ਮਰਜਾਦ ਸੰਗ ਆਸਨ ਪੁਨੀਤ ਬਨੈ, ਹਾਂਜੀ, ਸਵਾਦਲ ਵਿਸਾਲ ਹੋਏ ਅਨੇਕ ਪ੍ਰਕਾਰ ਤੇ। ਚੌਂਕੇ ਦੀ ਮਰਿਆਦਾ, ਚੁੱਲ੍ਹੇ ਦੀ ਮਰਜ਼ਾਦਾ। ਕੀ ਚੁੱਲ੍ਹੇ ਦੀ ਮਰਜ਼ਾਦਾ ਇਹ ਹੈ ਕਿ ਹਰ ਰੋਜ਼ ਬਣਾਉਣ ਵਾਲੇ ਪ੍ਰੇਮੀ ਬੜੀ ਮਰਿਆਦਾ ਨਾਲ ਭੋਜਨ ਤਿਆਰ ਕਰਦੇ। ਗੁਰਮੁਖੋ ਇਹਦੀ ਬੜੀ ਖੇਡ 'ਚ ਮਰਿਆਦਾ ਨਾਲ ਭੋਜਨ ਦੀ। ਇੱਕ ਵਾਰੀ ਜਿੰਨੇ ਬੈਠੇ ਹੋ ਨਾ, ਗੱਜ ਕੇ ਆਖਿਓ ਸਤਨਾਮ। ਇਸ ਗੱਲ ਨੂੰ ਧਿਆਨ ਨਾਲ ਸੁਣਿਓ ਜਿਹੜੀ ਬੇਨਤੀ ਕਰਨ ਲੱਗਾ। ਬਹੁਤ ਸਾਰੇ ਗੁਰਮੁਖਾਂ ਦੇ ਜੀਵਨ ਵਿੱਚ ਵੇਖਿਆ ਗੁਰਮੁਖੋ ਮੈਂ, ਜਿਨ੍ਹਾਂ ਨੇ ਉਹਨਾਂ ਦਾ ਪ੍ਰਸ਼ਾਦਾ ਤਿਆਰ ਕਰਨਾ ਹੈ ਨਾ, ਕੋਈ 25 ਜਪਜੀ ਸਾਹਿਬ ਦੇ ਪਾਠ ਕਰਨ ਵਾਲੇ ਪ੍ਰੇਮੀ ਹੁੰਦੇ ਜਿਹੜੇ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਜੀ। ਇੰਨੀ ਬਾਣੀ ਪੜ੍ਹਨ ਵਾਲਾ ਗੁਰਸਿੱਖ ਬਾਣੀ ਪੜ੍ਹਦਾ ਜਦੋਂ ਪ੍ਰਸ਼ਾਦਾ ਤਿਆਰ ਕਰੇਗਾ, ਸੁਚਮਤਾ ਦੇ ਨਾਲ ਕਰੇਗਾ, ਛਕਣ ਵਾਲੇ ਦੀ ਬਿਰਤੀ ਕਿਉਂ ਨਹੀਂ ਪਵਿੱਤਰ ਹੋਏਗੀ ਗੁਰਮੁਖੋ। ਆ ਜਿਹੜਾ ਆਪਾਂ ਕਹਿੰਦੇ ਨਾ ਸਾਡਾ ਬਾਣੀ ਪੜ੍ਹਨ ਨੂੰ ਮਨ ਨਹੀਂ ਕਰ ਰਿਹਾ, ਪਤਾ ਨਹੀਂ ਕੀ ਗੱਲ ਕਹਿੰਦੇ ਭਾਈ ਸਾਹਿਬ, ਗੁਟਕਾ ਸਾਹਿਬ ਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ। ਉਹਦਾ ਕਾਰਨ ਇਹੋ ਹੀ ਹੈ, ਇਹ ਮਨ ਵਿਚਾਰਾਂ ਦਾ ਸਮੂਹ ਹੈ, ਤੇ ਇਹ ਮਨ ਅੰਨ ਤੋਂ ਬਣਦਾ ਜੇ। ਜਿਹੋ ਜਿਹਾ ਅੰਨ ਘਰਾਂ ਵਿੱਚ ਪੱਕਦਾ, ਉਹੋ ਜਿਹਾ ਹੀ ਮਨ ਬਣ ਜਾਂਦਾ। ਜਦੋਂ ਅੰਨ ਪਕਾਉਣ ਵਾਲੇ ਮਰਿਆਦਾ ਰੱਖਣਗੇ, ਛਕਣ ਵਾਲੇ ਆਪੇ ਮਰਿਆਦਾ ਵਾਲੇ ਬਣ ਜਾਣਗੇ ਵੀ। ਛਕਣ ਵਾਲੇ ਆਪੇ ਹੀ ਮਰਿਆਦਾ ਵਾਲੇ ਬਣ ਜਾਂਦੇ। ਸਤਿਗੁਰਾਂ ਦੇ ਜਿਹੜੇ ਲਾਂਗਰੀ ਹੈ ਨਾ, ਰਸੋਈਏ, ਉਹਨਾਂ ਦੇ ਬਾਰੇ ਭਾਈ ਸਾਹਿਬ ਲਿਖਦੇ ਆ, ਕਹਿੰਦੇ ਚੌਂਕੇ ਕੀ ਮਰਿਆਦ ਸੰਗ ਅਸਨ ਪੁਨੀਤ ਬਨੇ, ਸਵਾਦਲ ਵਿਸਾਲ ਹੋਏ ਅਨੇਕ ਪ੍ਰਕਾਰ ਤੇ। ਆ ਬੀਬੀਆਂ ਬੈਠੀਆਂ ਨੇ, ਚੌਂਕਾ ਤਾਂ ਤੁਸੀਂ ਰੋਜ਼ ਹੀ ਕਰਨਾ ਜੀ, ਪਰ ਜੇ ਤੁਸੀਂ ਚਾਹੁੰਦੇ ਹੋ ਨਾ ਤੁਹਾਡੇ ਬੱਚੇ ਕਹਿਣੇ ਲੱਗਣ, ਸਾਡੇ ਪਰਿਵਾਰ 'ਚ ਸੁੱਖ ਵਧੇ, ਆਪ ਬਾਣੀ ਪੜ੍ਹੋ ਤੇ ਪ੍ਰਸ਼ਾਦਾ ਤਿਆਰ ਕਰਦਿਆਂ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ ਪ੍ਰੇਮ ਨਾਲ, ਪਵਿੱਤਰਤਾਈ ਨਾਲ ਪ੍ਰਸ਼ਾਦਾ ਤਿਆਰ ਕਰੋ। ਕਹਿੰਦੇ ਬੜਾ ਪੁਨੀਤ ਪ੍ਰਸ਼ਾਦਾ ਮਹਾਰਾਜ ਵਾਸਤੇ ਤਿਆਰ ਕਰਦੇ, ਪਵਿੱਤਰ ਕਰਦੇ, ਫਿਰ ਬਾਣੀ ਪੜ੍ਹ ਕੇ ਬਣਾਉਂਦੇ, ਸਵਾਦ ਵੀ ਬੜਾ ਬਣਦਾ। ਕਹਿੰਦੇ ਇਹ ਵੀ ਬੜੀ ਖੇਡ ਤੇ। 4-5 ਗੁਰਸਿੱਖ ਇੱਕ ਦੇਗ ਦੇ ਦੁਆਲੇ ਹੋਏ ਹੁੰਦੇ ਸੀ ਜਦੋਂ ਦਾਲ ਬਣਾਉਣੀ ਹੁੰਦੀ ਸੀਗੀ ਜੀ। 4-5 ਜਣੇ, ਕੋਈ ਲੱਕੜਾਂ ਡਾਉਣ ਦਿਆ ਹੁੰਦਾ ਸੀ, ਕੋਈ ਬਾਣੀ ਪੜ੍ਹਨ ਦਿਆ ਹੁੰਦਾ ਸੀ, ਤਾਂਬੇ ਦੀ ਦੇਗ ਹੁੰਦੀ ਸੀ, ਗੁਰੂ ਕਾ ਲੰਗਰ ਤਿਆਰ ਹੁੰਦਾ ਸੀ, ਛਕਣ ਵਾਲੇ ਵੀ ਗੁਰਮੁਖੋ ਫਿਰ ਬਰਤਨ ਹੀ ਚੱਟ ਜਾਂਦੇ ਸੀ ਵੀ ਐਡਾ ਸਵਾਦ ਪ੍ਰਸ਼ਾਦਾ। ਉਹਦੇ 'ਚ ਰਸ ਆ ਜਾਂਦਾ, ਅੰਮ੍ਰਿਤ ਰਸ ਆ ਜਾਂਦਾ। ਜਦੋਂ ਅੰਮ੍ਰਿਤ ਬਾਣੀ ਪੜ੍ਹੀ ਜਾਂਦੀ ਹੈ ਨਾ, ਫਿਰ ਅੰਮ੍ਰਿਤ ਰਸ ਭੋਜਨ ਵਿੱਚ ਆ ਜਾਂਦਾ ਸਾਧ ਸੰਗਤ। ਹਾਂਜੀ, ਬਾਬੇ ਗੁਰ ਦਿੱਤੇ ਤਨ ਤਿਆਗ ਕੀਨ ਜਬ ਹਿਤੇ, ਨੇਮ ਤਾਰ ਤਬ ਹਿਤੇ ਰਹੇ ਸੁਐਸੀ ਢਾਰ ਤੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਬਾਬਾ ਗੁਰਦਿੱਤਾ ਜੀ ਨੇ ਜਦੋਂ ਦਾ ਸਰੀਰ ਤਿਆਗਿਆ, ਮਹਾਰਾਜ ਸਤਿਗੁਰੂ ਉਦੋਂ ਦਾ ਹੀ ਬੜੇ ਬੈਰਾਗ ਵਿੱਚ ਰਹਿੰਦੇ ਹਨ। ਦੋਹਰਾ ਬ੍ਰਹਮਚਰਜ ਕੀ ਜੁਗਤ ਮਹਿ ਰਹੇ ਵਿਸਾਲ ਕਿਰਪਾਲ। ਹੁਣ ਨਾਲ ਬ੍ਰਹਮਚਰਜ ਦੀ ਜੁਗਤੀ ਵਿੱਚ ਰਹਿੰਦੇ ਆ। ਜਤ ਸਤ ਪੱਕਾ ਗੁਰੂ ਹਰਿ ਰਾਏ ਸਾਹਿਬ ਜੀ ਦਾ ਜੀ।
ਇਹ ਵੱਡੀ ਮਹਾਰਾਜ ਕਿਰਪਾ ਦੇ ਘਰ ਸਤਿਗੁਰੂ ਜੀ ਵੱਡੀ ਕਿਰਪਾ ਕਰਦੇ, ਬ੍ਰਹਮਚਰਜ ਦੀ ਬਿਰਤੀ ਵਿੱਚ ਸਦਾ ਰਹਿੰਦੇ ਹਨ। ਆਚਹਾਰ ਕਰ ਦੇਗ ਤੇ ਪ੍ਰਿਥਕ ਹੋਏ ਤਿਸ ਕਾਲ। ਜਦੋਂ ਪ੍ਰਸ਼ਾਦਾ ਛਕ ਲੈਣਾ ਨਾ ਲੰਗਰ ਵਿੱਚੋਂ, ਤੇ ਫਿਰ ਸਤਿਗੁਰੂ ਕਿਸੇ ਨੂੰ ਮਿਲਦੇ ਨਹੀਂ, ਵੱਖ ਹੋ ਜਾਂਦੇ। ਸਵਈਆ ਪੂੜ ਰਹੇ ਸ਼ੁਭ ਸੇਜ ਪੈ ਫੇਰ, ਘਰੇ ਸੁਖ ਸੈਨ ਗੁਰੂ ਹਰਿ ਰਾਏ। ਕਹਿੰਦੇ ਪਾਊਡਰ ਹੈ ਸ਼ੁਭ ਸੇਜ ਪੈ ਫੇਰ, ਕਰੈ ਸੁਖ ਸੈਨ ਗੁਰੂ ਹਰਿ ਰਾਏ। ਫਿਰ ਮਹਾਰਾਜ ਪਲੰਗੇ ਤੇ ਜਾ ਕੇ ਲੰਮੇ ਪੈ ਜਾਂਦੇ ਇਕਾਂਤ ਚ, ਮਹਾਰਾਜ ਸਤਿਗੁਰੂ ਜੀ ਸੁਖ ਲੈਂਦੇ। ਫੇਰ ਟਰੇ ਦਿਨ ਉਠਤ ਹੈ ਤਬ, ਆਜੁਦ ਲੇਤ ਸਮੀਪ ਮੰਗਾਏ। ਕਿਉਂਕਿ ਦੁਪਹਿਰ ਤੱਕ ਇਹ ਕਾਰਜ ਹੁੰਦਾ ਨਾ, ਫਿਰ ਸਤਿਗੁਰੂ ਦੁਪਹਿਰ ਦਾ ਕਾਰਜ ਸੰਪੂਰਨ ਕਰਕੇ ਆਰਾਮ ਕਰਦੇ ਜੀ। ਦਿਨ ਢਲੇ ਸਤਿਗੁਰੂ ਜੀ ਫਿਰ ਉਥਾਨ ਹੁੰਦੇ ਹਨ। ਕੰਚਨ ਮੂਠ ਦਿਪੇ ਸ਼ਮਸ਼ੇਰ, ਘਰੇ ਪਹਿਰੇ ਸ਼ਮਸ਼ੇਰ ਸੁਹਾਏ। ਸ਼ਾਮ ਨੂੰ ਮਹਾਰਾਜ ਫਿਰ ਸ਼ਸਤਰ ਬਸਤਰ ਲਾ ਕੇ ਤਿਆਰ ਹੁੰਦੇ ਗੁਰੂ ਹਰਿ ਰਾਏ ਸਾਹਿਬ ਜੀ। ਸ਼ਾਮਾਂ ਦੇ ਦੀਵਾਨ ਵਿੱਚ ਕਹਿੰਦੇ ਆ, ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਆਯੁਧ ਲੇਤ ਸਮੀਪ ਮੰਗਾਏ, ਸ਼ਸਤਰ ਮੰਗਾਉਂਦੇ ਆ। ਕੰਚਨ ਮੂਠ ਦਿਪੈ ਸ਼ਮਸ਼ੇਰ, ਘਰੇ ਪਹਿਰੇ ਸ਼ਮਸ਼ੇਰ ਸੁਹਾਏ। ਵੱਡੀ ਤੇਗ ਤਲਵਾਰ ਸਤਿਗੁਰੂ ਗਲ ਵਿੱਚ ਪਾਉਂਦੇ ਆ। ਉਸ ਤਲਵਾਰ ਦਾ ਜਿਹੜਾ ਮੁੱਠਾ ਹੁੰਦਾ ਨਾ, ਉਹ ਸੋਨੇ ਦਾ ਹੁੰਦਾ। ਸਾਧ ਸੰਗਤ ਜੀ, ਸੋਨੇ ਦੇ ਮੁੱਠ ਵਾਲੀ ਤਲਵਾਰ ਸੱਚੇ ਪਾਤਸ਼ਾਹ ਜੀ ਗਾਤਰੇ ਸਜਾਉਂਦੇ ਆ, ਇਉਂ ਸਜਦੇ ਆ ਜਿਵੇਂ ਸ਼ੇਰ ਹੁੰਦਾ। ਸਾਧ ਸੰਗਤ ਜੀ, ਹਾਂਜੀ। ਹੀਰੇ ਸਮੂਹ ਜਰੇ ਮੁਕਤਾ, ਪਰ ਤੀਰਨ ਸੰਗ ਨਿਖੰਗ ਲਗਾਏ। ਤੇ ਗੁਰਮੁਖੋ ਭੱਥਾ ਸਜਾਉਂਦੇ ਆ ਜਿਹਦੇ ਵਿੱਚ ਤੀਰ ਹੁੰਦੇ ਹਨ। ਹਾਥ ਸਰਾਸਨ ਧਾਰ ਕਠੋਰ, ਕਸੇ ਕਾਟ ਕੋ ਕਰ ਪੋਰ ਮੈਂ ਆਵੈ। ਹੱਥ ਵਿੱਚ ਸਤਿਗੁਰਾਂ ਨੇ ਗੁਰਮੁਖੋ ਫਿਰ ਫੜ ਲੈਣਾ, ਸੱਚੇ ਪਾਤਸ਼ਾਹ ਜੀ ਨੇ ਕਮਾਨ ਫੜ ਕੇ, ਕਠੋਰ ਕਮਾਨ ਫੜ ਕੇ ਗਰੀਬ ਨਵਾਜ ਸਤਿਗੁਰੂ ਜੀ ਚੱਲਦੇ ਆ ਔਰ ਕਮਰ ਕੱਸਾ ਸਜਾਉਂਦੇ ਹਨ। ਚੰਚਲ ਅੰਗ ਤੋ ਰੰਗ ਅਰੂੜਤ, ਜਾਤ ਸ਼ਿਕਾਰ ਵਿਸਾਲ ਕੁਦਾਵੈ। ਫਿਰ ਮਹਾਰਾਜ ਸਤਿਗੁਰੂ ਘੋੜਾ ਮੰਗਾਉਂਦੇ, ਗੁਰਸਿੱਖ ਘੋੜਾ ਤਿਆਰ ਕਰਕੇ ਮਹਾਰਾਜ ਵਾਸਤੇ ਲੈ ਕੇ ਆਉਂਦੇ। ਉਸ ਘੋੜੇ ਦੇ ਉੱਤੇ ਸੱਜ ਕੇ ਗਰੀਬ ਨਵਾਜ ਸਤਿਗੁਰੂ ਆਪ ਸ਼ਿਕਾਰ ਤੇ ਜਾਂਦੇ ਆ। ਘੋੜਾ ਭਜਾਉਣ ਵਿੱਚ ਮਹਾਰਾਜ ਬੜੇ ਟ੍ਰੇਨਡ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਰੱਬੀ ਪੁਰਸ਼ ਹੁੰਦੇ ਉਹਨਾਂ 'ਚ ਸਾਰੇ ਹੀ ਗੁਣ ਹੁੰਦੇ ਗੁਰਮੁਖੋ, ਸਾਰੇ ਹੀ ਗੁਣ ਹੁੰਦੇ ਜੀ ਉਹਨਾਂ ਵਿੱਚ। ਮਹਾਰਾਜ ਘੋੜਾ ਬਹੁਤ ਭਜਾਉਂਦੇ ਹਨ, ਕੁਦਾਉਂਦੇ ਹਨ। ਕਾਨਨ ਕੇ ਪਸ ਬ੍ਰਿੰਦ ਬਿਹੰਗਮ, ਆਇਸ ਦੀਨ ਨਹੀਂ ਤਿਨ ਘਾਵੈ। ਮਹਾਰਾਜ ਦੀ ਸ਼ਿਕਾਰ ਖੇਡਣ ਦੀ ਇੱਕ ਖੇਡ ਹੈ। ਸ਼ਿਕਾਰ ਤੇ ਰੋਜ਼ ਚੜ੍ਹਦੇ ਪਰ ਮਾਰਦੇ ਨਹੀਂ ਕਿਸੇ ਨੂੰ। ਜਾਨਵਰ ਹੋਵੇ, ਪੰਛੀ ਹੋਵੇ, ਜਿਉਂਦੇ ਨੂੰ ਫੜ ਕੇ ਮਹਾਰਾਜ ਲੈ ਕੇ ਆਉਂਦੇ ਆ। ਹਾਂਜੀ। ਦੇ ਕਰ ਖੇਦ ਗਹੇ ਗਨ ਜੀਵਤ, ਲਿਆਵਨ ਪਾਲਨ ਕੋ ਕਰ ਲਾਵੈ। ਜਿਉਂਦੇ ਨੂੰ, ਪੰਛੀ ਨੂੰ, ਜਾਨਵਰ ਨੂੰ ਫੜ ਕੇ ਇੱਕ ਰੱਖ ਬਣਾਈ ਮਹਾਰਾਜ ਨੇ, ਫਿਰ ਉਸ ਰੱਖ 'ਚ ਰੱਖਦੇ ਆ। ਜੇ ਕਿਸੇ ਜ਼ਖਮੀ ਜਾਨਵਰ ਨੂੰ ਵੇਖਦੇ ਆ, ਉਹਨੂੰ ਵੀ ਮਹਾਰਾਜ ਚੁੱਕ ਕੇ ਲੈ ਕੇ ਆਉਂਦੇ ਆ। ਹਾਂਜੀ। ਸੰਗ ਚੜੇ ਪਟ ਆਜੁਦ ਕੋ ਤਾਰ, ਬ੍ਰਿੰਦ ਚਮੂ ਮਹਾਰਾਜਤ ਹੈ। ਤੇ ਗਰੀਬ ਨਵਾਜ ਸਤਿਗੁਰਾਂ ਦੇ ਨਾਲ ਹਰ ਰੋਜ਼ 2200 ਘੋੜ ਸਵਾਰ ਜਿਹੜੇ ਆ ਉਹ ਨਾਲ ਜਾਂਦੇ। ਸਾਧ ਸੰਗਤ ਜੀ, ਬੜੇ ਫੱਬਦੇ ਨੇ ਵਿੱਚ ਮਹਾਰਾਜ। ਬੋਲਤ ਅਗਰ ਨਕੀਬ ਚਲੇ ਬਾਡ, ਤੁਕਤ ਦੁੰਦਬ ਬਾਜਤ ਹੈ। ਨਕੀਬ ਅੱਗੇ ਅੱਗੇ ਬੋਲਦਾ, ਨਗਾਰਾ ਵੱਜਦਾ, ਸਾਵਧਾਨ ਹੋਸ਼ਿਆਰ। ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦਰਸ਼ਨ ਦੇ ਰਹੇ ਆ ਰਹੇ ਹਨ। ਇਉਂ ਨਕੀਬ ਅੱਗੇ ਅੱਗੇ ਬੋਲਦਾ ਹੈ। ਕਾਨਨ ਤੇ ਗਹਿ ਜੀਵਨ ਕੋ ਗ੍ਰਹਿ, ਲਿਆਏ ਤਿਨੇ ਸੁਖ ਸਾਜਤ ਹੈ। ਐ ਫਿਰ ਜੰਗਲ ਵਿੱਚੋਂ ਜੀਵਾਂ ਨੂੰ, ਜਿਉਂਦਿਆਂ ਨੂੰ ਚੁੱਕ ਕੇ ਮਹਾਰਾਜ ਆਪਣੇ ਰੱਖ 'ਚ ਲੈ ਕੇ ਆਉਂਦੇ ਹਨ। ਬਾਗ ਬਿਲਾਉ ਸਸੇ ਮ੍ਰਿਗ ਰੋਜ, ਚੰਖਾਰਨ ਬ੍ਰਿੰਦ ਜੇ ਭਾਜਤ ਹੈ। ਹੁਣ ਮਹਾਰਾਜ ਦੀ ਦਲੇਰੀ ਸੁਣੋਗੇ, ਇਹਨੂੰ ਸੁੱਟ ਨਾ ਪਾਇਓ ਗੱਲ ਨੂੰ ਕਿਤੇ। ਮਹਾਰਾਜ ਸਤਿਗੁਰੂ ਬਾਗ
ਬਿਲਾਓ, ਸਸੇ, ਮ੍ਰਿਗ, ਰੋਜ਼, ਝੰਖਾਰਨ, ਇਹ ਜਾਨਵਰਾਂ ਦੇ ਨਾਮ ਨੇ। ਸਾਧ ਸੰਗਤ, ਬਜ਼ੁਰਗ ਬੈਠੇ ਹੋ ਤੁਸੀਂ ਬਹੁਤੇ ਸਾਰੇ, ਬਾਗ ਦਾ ਤੁਹਾਨੂੰ ਪਤਾ ਹੀ ਹੈ, ਸ਼ੇਰ ਦੀ ਕਿਸਮ ਹੈ ਇੱਕ ਬਾਗ। ਹਾਂਜੀ, ਮਹਾਰਾਜ ਉਹਨੂੰ ਵੀ ਲੈ ਕੇ ਆਉਂਦੇ ਆ। ਉਹ ਕਿੰਨਾ ਅੱਗੇ ਭੱਜਦੇ ਹੋਣੇ ਜੀ, ਉਹ ਮਗਰ ਮਗਰ ਸਤਿਗੁਰੂ ਘੋੜਾ ਭਜਾਉਂਦੇ ਆ, ਨਾਲ ਫੌਜਾਂ ਨੂੰ ਭਜਾਉਂਦੇ ਆ। ਹਾਂਜੀ, ਝੰਖਾਰਨ, ਝੰਖਾਰਨ ਕਹਿੰਦੇ 12 ਸਿੰਘਿਆਂ ਨੂੰ। 12 ਸਿੰਘੇ ਵੀ ਬੜਾ ਭੱਜਦੇ ਆ, ਮਹਾਰਾਜ 12 ਸਿੰਘਿਆਂ ਨੂੰ ਵੀ ਘੇਰਦੇ ਆ। ਵੀ ਆਮ ਕੁੱਤੇ ਬਿੱਲੀ ਦਾ ਸ਼ਿਕਾਰ ਨਹੀਂ, ਬਾਗ ਦਾ, 12 ਸਿੰਘਿਆਂ ਦਾ, ਵੱਡੇ ਵੱਡੇ ਜਾਨਵਰਾਂ ਨੂੰ ਮਹਾਰਾਜ ਘੇਰ ਕੇ ਲੈ ਕੇ ਆਉਂਦੇ ਆ। ਹਾਂਜੀ, ਸੂਰਤ ਰੰਗ ਪਜਾਵਤ ਹੈ ਪਸ, ਬ੍ਰਿੰਦ ਹਰਾਵਤ ਧਿਆਏ ਗਹਿ। ਆ ਬੜੇ ਬੜੇ ਸੂਰ, ਵੱਡੇ ਵੱਡੇ ਸੂਰ, ਜੰਗਲੀ ਸੂਰ। ਉਹ ਸੂਰ ਵੀ ਬੜਾ ਭੱਜਦਾ, ਮਹਾਰਾਜ ਉਹਨਾਂ ਦੇ ਮਗਰ ਘੋੜਾ ਪਾਉਂਦੇ ਆ। ਲਓ ਜੀ, ਉਹ ਵੀ ਖੂਬ ਭੱਜਦੇ, ਮਹਾਰਾਜ ਵੀ ਭਜਾਉਂਦੇ ਆ। ਉਹ ਸੋਚਦੇ ਆ ਮਾਰਨਾ, ਪਰ ਮਹਾਰਾਜ ਮਾਰਦੇ ਨਹੀਂ, ਮਹਾਰਾਜ ਤੇ ਤਾਰਦੇ ਹੀ ਨੇ ਉਹਨਾਂ ਨੂੰ। ਹਾਂਜੀ, ਆਨਤ ਹੈ ਗ੍ਰਹਿ ਮੈਂ ਪ੍ਰਤਪਾਲਤ, ਖਾਨ ਕੋ ਦੇਤ ਜਿਤੋ ਜੇ ਚਾਹੈ। ਵੱਡਾ ਸੂਰ, ਜੰਗਲੀ ਸੂਰ, ਉਹਨਾਂ ਨੂੰ ਵੀ ਮਹਾਰਾਜ ਲੈ ਕੇ ਆਉਂਦੇ ਆ। ਫਿਰ ਉਹਨਾਂ ਨੂੰ ਭੁੱਖਿਆਂ ਨਹੀਂ ਰੱਖਦੇ, ਜੋ ਉਹਨਾਂ ਦੀ ਖੁਰਾਕ ਹੁੰਦੀ ਉਹ ਉਹਨਾਂ ਨੂੰ ਦਿੰਦੇ ਹਨ। ਇਕੱਠੇ ਹੋਏ ਹਜ਼ਾਰਨ ਲੱਖਨ, ਪੀਰ ਮਹਾਜੇ ਸਥਾਨ ਰਹੇ। ਤੇ ਗਰੀਬ ਨਵਾਜ ਸਤਿਗੁਰਾਂ ਨੇ ਜਿਹੜੀ ਰੱਖ ਬਣਵਾਈ ਨਾ ਕੀਰਤਪੁਰ ਸਾਹਿਬ, ਹੁਣ ਤਾਂ ਉਹ ਰੱਖ ਨਹੀਂ ਕਿਤੇ ਲੱਭਦੀ। ਜਿੱਥੇ ਮਹਾਰਾਜ ਜਾਨਵਰ ਰੱਖਦੇ ਹੁੰਦੇ ਸਨ, ਉਹ ਜਿਹੜੀ ਰੱਖ ਉੱਥੇ ਬਣਵਾਈ, ਗੁਰਮੁਖੋ ਉਹਦੇ ਵਿੱਚ ਹਜ਼ਾਰਾਂ ਹੀ ਜਾਨਵਰ ਇਕੱਠੇ ਹੋ ਗਏ ਸਨ ਜੀ। ਹਾਂਜੀ, ਆਪ ਗਹੇ ਕਿਤ ਨੇਕ ਤਹਾਂ ਬਲਵਾਨ, ਕਿ ਕਾਨ ਪਲਾਏ ਲਹੈ। ਫਿਰ ਸਤਿਗੁਰੂ ਕੁਝ ਸਮਾਂ ਰੋਜ਼ ਉਹਨਾਂ ਵਿੱਚ ਵੀ ਆਉਂਦੇ, ਉਹਨਾਂ ਵਿੱਚ ਬੈਠਣਾ, ਉਹਨਾਂ ਦੀਆਂ ਆਦਤਾਂ ਵੇਖਣੀਆਂ। ਕਈਆਂ ਨੂੰ ਫਿਰ ਰੱਖ ਕੇ ਮੁੜ ਜੰਗਲ 'ਚ ਛਡਾ ਦਿੰਦੇ ਮਹਾਰਾਜ, ਵੀ ਇਹਨਾਂ ਨੂੰ ਛੱਡ ਆਓ। ਇੱਦਾਂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨਿੱਤ ਦੀ ਕਿਰਿਆ ਕਰਦੇ ਆ। ਅਜੇ ਤੇ ਸ਼ਿਕਾਰ ਤੱਕ ਦੀ ਕਿਰਿਆ ਹੋਈ ਹੈ ਗੁਰਮੁਖੋ। ਅਗਲੀ ਕਿਰਿਆ ਜਿਹੜੀ ਹੈ ਮਹਾਰਾਜ ਦੀ ਸ਼ਾਮ ਦੀ ਕਿਰਿਆ, ਫਿਰ ਰਾਤ ਦੀ, ਉਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ। ਧੰਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਦਾ ਆਗਮਨ ਗੁਰਪੁਰਬ ਹੈ। ਸਤਿਗੁਰਾਂ ਦੇ ਗੁਰਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਵਧਾਈਆਂ ਹੋਣ ਗੁਰਮੁਖੋ। ਇਹ ਉਹ ਦਰ ਹੈ, ਗੁਰ ਰਾਮਦਾਸ ਸਰ ਅਭਰ ਭਰੇ, ਜਿਨ੍ਹਾਂ ਦੀਆਂ ਝੋਲੀਆਂ ਕਿਤੋਂ ਨਹੀਂ ਭਰੀਆਂ ਜਾਂਦੀਆਂ, ਗੁਰੂ ਰਾਮਦਾਸ ਜੀ ਦੇ ਘਰੋਂ ਭਰੀਆਂ ਜਾਂਦੀਆਂ। ਸਾਧ ਸੰਗਤ ਜੀ, ਇੱਥੇ ਬੈਠੇ ਤੇ ਸਹੀ ਕੋਈ ਪਰਿਕਰਮਾ 'ਚ ਟਿਕ ਕੇ, ਮਹਾਰਾਜ ਦੇ ਦਰ ਘਰ ਬੈਠੇ ਤੇ ਸਹੀ ਕੋਈ ਸੁਰਤ ਟਿਕਾ ਕੇ। ਇੱਥੇ ਵੱਡੀਆਂ ਵੱਡੀਆਂ ਦਾਤਾਂ ਸਤਿਗੁਰੂ ਵਰਤਾਉਂਦੇ ਆ। ਭਾਈ ਵੀਰ ਸਿੰਘ ਜੀ ਲਿਖਦੇ ਆ, ਕਹਿੰਦੇ ਕੋਈ ਸਾਧਕ ਪੁਰਸ਼ ਹੋਵੇ ਜਿਹਦੀ ਅੰਦਰ ਦੀ ਖੇਡ ਰੁਕ ਗਈ ਹੋਵੇ, ਉਹ ਤੜਪਦਾ ਗੁਰਮੁਖੋ ਵੀ ਮੇਰਾ ਅੰਦਰ ਦਾ ਰਸ ਗਵਾਚ ਗਿਆ। ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਮਦਾ, ਪੁੱਤ ਗਵਾਚਿਆ ਮਾਂ ਜਗ ਨਹੀਂ ਭਾਮਦਾ। ਸੱਪ ਦੀ ਮਣੀ ਗਵਾਚ ਜਾਵੇ ਉਹ ਬੜਾ ਦੁਖੀ ਹੁੰਦਾ ਗੁਰਮੁਖੋ। ਮਣੀ ਵਾਲੇ ਸੱਪ ਜਿਹੜੇ ਹੁੰਦੇ, ਕਹਿੰਦੇ ਕਿਸੇ ਮਾਂ ਦਾ ਪੁੱਤ ਗਵਾਚ ਜਾਵੇ ਉਹ ਮਾਂ ਵੀ ਬੜੀ ਦੁਖੀ ਹੁੰਦੀ, ਉਹਨੂੰ ਦੁਨੀਆ ਚੰਗੀ ਨਹੀਂ ਲੱਗਦੀ ਗੁਰਮੁਖੋ। ਛੋਟਾ ਪੁੱਤ ਜਿਹਦਾ ਗਵਾਚ ਜੇ, ਕਹਿੰਦੇ ਜਿਵੇਂ ਉਹਨੂੰ ਦੁਨੀਆ ਨਹੀਂ ਨਾ ਚੰਗੀ ਲੱਗਦੀ, ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਹਰ ਰਸ ਦੀ ਤੋਟ ਵੱਜਦੀ ਹੈ ਨਾ, ਹਰ ਰਸ ਦੀ ਜਦ ਤੋਟ ਆ ਪਵੇ ਫਕੀਰ ਨੂੰ, ਪਰਲੋ ਮਚੇ ਚੁਫੇਰ ਉਰ ਘਬਰਾਮਦਾ। ਉਹਦੇ ਲਈ ਤਾਂ ਇਉਂ ਹੈ ਜਿਵੇਂ ਚਾਰੇ ਪਾਸੇ ਪਰਲੋ ਹੀ ਆ ਗਈ ਹੋਵੇ। ਸਾਧ ਸੰਗਤ ਜੀ, ਉਹਦਾ ਅੰਦਰ ਘਬਰਾਉਂਦਾ ਜੀ। ਪਰਲੋ ਮਚੇ ਚੁਫੇਰ ਉਰ ਘਬਰਾਮਦਾ, ਟੁੱਟੀ ਗੰਢ, ਗੰਢ ਟੁੱਟ ਗਈ। ਸਾਧ ਸੰਗਤ, ਜਦ ਹਾਰ ਦੁਆਰ ਤੇਰੇ ਤੇ ਆਮਦਾ। ਗੁਰੂ ਰਾਮਦਾਸ
ਇਹੋ ਜਿਹਾ ਬੰਦਾ ਜਿਹਦਾ ਰਸ ਸੁੱਕ ਗਿਆ ਹੋਵੇ, ਜਦੋਂ ਉਹ ਤੁਹਾਡੇ ਦਰ ਤੇ ਆਉਂਦਾ ਹੈ ਨਾ, ਮਹਾਰਾਜ ਪਈ ਅਗੰਮੀ ਖੇਡ ਇੱਥੇ ਵਰਤਦੀ। ਇਸ ਜਗ੍ਹਾ ਦੇ ਉੱਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਅਗੰਮੀ ਖੇਡਾਂ ਵਰਤਦੀਆਂ ਚ, ਜਿੱਥੇ ਬੰਦੇ ਦਾ ਮਨ ਨਹੀਂ ਪਹੁੰਚ ਸਕਦਾ ਜੀ। ਪਈ ਅਗੰਮੀ ਖੇਡ ਇੱਥੇ ਵਰਤਦੀ, ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ। ਉਹ ਕਹਿੰਦੇ ਜੇ ਕੋਈ ਸਵਰਗ ਹੈਗਾ ਨਾ ਦੁਨੀਆ 'ਚ, ਵੀ ਮੰਨਦੇ ਵੀ ਉੱਤੇ ਸਵਰਗ ਹੈ, ਕਹਿੰਦੇ ਉੱਪਰ ਵਾਲਾ ਜਿਹੜਾ ਸਵਰਗ ਹੈ ਗੁਰਮੁਖੋ ਖੁਦ ਧਰਤੀ ਦੇ ਉੱਤੇ ਆ ਗਿਆ। ਕਹਿਣ ਲੱਗੇ ਰਸਕ ਪੁਰਸ਼ਾਂ ਦੇ ਰਸ ਨੂੰ ਬਚਾਉਣ ਵਾਸਤੇ। ਇਹ ਗੁਰੂ ਰਾਮਦਾਸ ਸਤਿਗੁਰੂ ਜੀ ਦਾ ਦਰ ਹੈ ਗੁਰਮੁਖੋ। ਸਤਿਗੁਰੂ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ। ਕੱਲ ਨੂੰ ਰਾਗ ਦਰਬਾਰ ਵੀ ਹੈ। ਰਾਗ ਦਰਬਾਰ ਇਸ ਕਰਕੇ ਕੀਤਾ ਜਾਂਦਾ ਵੀ ਸਤਿਗੁਰਾਂ ਦੀ 30 ਰਾਗਾਂ ਦੇ ਵਿੱਚ ਬਾਣੀ ਹੈ ਗੁਰਮੁਖੋ। 30 ਰਾਗਾਂ 'ਚ ਬਾਣੀ ਗੁਰੂ ਰਾਮਦਾਸ ਸਾਹਿਬ ਸਤਿਗੁਰਾਂ ਦੀ। ਔਰ ਮਹਾਰਾਜ ਨੇ ਬੜੇ ਬੜੇ ਮਹਿੰਗੇ ਰਾਗ ਜਿਹੜੇ ਪੜਤਾਲਾਂ, ਉਹਨਾਂ ਵਿੱਚ ਸਤਿਗੁਰਾਂ ਨੇ ਬਾਣੀ ਰਚੀ। ਅੱਜ ਕੀਰਤਨ ਦੀ ਸ਼ੈਲੀ ਵੀ ਅਲੋਪ ਹੋ ਰਹੀ, ਪਰ ਕੱਲ ਨੂੰ ਜਿਹੜਾ ਸ਼ਾਮਾਂ ਨੂੰ ਰਾਗ ਦਰਬਾਰ ਹੋਣਾ ਨਾ ਗੁਰਮੁਖੋ, ਇਹ ਅਸਲੀ ਕੀਰਤਨ ਸ਼ੈਲੀ ਵਿੱਚ ਹੋਣਾ। ਜਿਸ ਰਾਗ 'ਚ ਸਤਿਗੁਰਾਂ ਨੇ ਸ਼ਬਦ ਉਚਾਰਿਆ ਜੀ, ਉਸੇ ਰਾਗ ਵਿੱਚ ਉਵੇਂ ਹੀ ਸ਼ਬਦ ਪੜ੍ਹਨਾ। ਉਹ ਉਵੇਂ ਸ਼ਬਦ ਪੜ੍ਹੇ ਜਾਣੇ ਜਿਵੇਂ ਗੁਰੂ ਸਾਹਿਬ ਆਪ ਪੜ੍ਹਦੇ ਹੁੰਦੇ ਸਨ ਜੀ। ਜਦੋਂ ਕੋਈ ਰਾਗੀ ਧੁਨ ਬਣਾਉਂਦਾ ਹੈ ਨਾ, ਆਪਣੀ ਟਿਊਨ ਬਣਾਉਂਦਾ ਹੈ, ਉਹਦੇ ਵਿੱਚ ਆਪਣੀ ਉਹਦੀ ਮੱਤ ਸ਼ਾਮਲ ਹੁੰਦੀ ਜੀ। ਚਲੋ ਉਹ ਵੀ ਰੱਬ ਦੀ ਦਾਤ ਹੈ, ਪਰ ਉਹਦਾ ਆਪਣੇ ਖਿਆਲ ਵਿੱਚ ਸ਼ਾਮਲ ਹੁੰਦੇ। ਪਰ ਜਿਸ ਰਾਗ 'ਚ ਸਤਿਗੁਰਾਂ ਨੇ ਸ਼ਬਦ ਉਚਾਰਿਆ, ਉਸੇ ਰਾਗ ਵਿੱਚ ਸ਼ਬਦ ਗਾਇਆ ਜਾਵੇ, ਉਹਦੇ ਵਿੱਚ ਫਿਰ ਕਿਸੇ ਦੀ ਮੱਤ ਸ਼ਾਮਲ ਨਹੀਂ ਚ ਹੁੰਦੀ। ਕੱਲ ਰਾਗ ਦਰਬਾਰ 'ਚ ਸਮਝੋ ਉਵੇਂ ਹੀ ਕੀਰਤਨ ਹੋਣਾ ਜਿਵੇਂ ਸਤਿਗੁਰਾਂ ਨੇ ਆਪ ਕੀਰਤਨ ਕੀਤਾ ਹੋਏਗਾ। ਸੋ ਮਹਾਰਾਜ ਦੇ ਆਗਮਨ ਖੁਸ਼ੀ ਵਿੱਚ ਰਾਗ ਦਰਬਾਰ ਵੀ ਹੋਣੇ ਆ। ਸਵੇਰੇ ਨਗਰ ਕੀਰਤਨ ਵੀ ਨਿਕਲਣੇ ਹਨ। ਫਿਰ ਸਾਰੀ ਦਿਹਾੜੀ ਪਰਸੋਂ ਲਾਈਵ ਵੀ ਚੱਲਣਾ, ਜਲੌ ਵੀ ਸੱਜਣੇ ਹਨ। ਸੋ ਸਤਿਗੁਰਾਂ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਆਪ ਜੀ ਨੂੰ ਸਾਰਿਆਂ ਨੂੰ ਵਧਾਈਆਂ ਹੋਣ। ਭਾਗਾਂ ਵਾਲੇ ਦਿਨ ਨੇ, ਔਰ ਭਾਗਾਂ ਵਾਲੇ ਹੀ ਤੁਸੀਂ ਹੋ ਜਿਹੜੇ ਇਹਨਾਂ ਦਿਨਾਂ ਵਿੱਚ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਮਿਹਰ ਕਰਨ। ਗੁਰਪੁਰਬ ਦੀ ਵਧਾਈ ਦਿਆ ਕਰੋ ਗੁਰਮੁਖੋ ਇੱਕ ਦੂਜੇ ਨੂੰ। ਹੁਣ ਵਟਸਐਪ 'ਤੇ ਵਧਾਈ ਦਿੰਦੇ ਮੈਸੇਜ ਪਾ ਕੇ, ਜਦੋਂ ਸਾਹਮਣੇ ਹੁੰਦੇ ਉਦੋਂ ਨਹੀਂ ਵਧਾਈ ਦਿੰਦੇ। ਪਰ ਵਧਾਈ ਦਾ ਅਰਥ ਹੁੰਦਾ ਵਾਧਾ ਪਿਆ। ਜਦੋਂ ਕਿਸੇ ਦੇ ਘਰ ਵਾਧਾ ਪਵੇ ਨਾ, ਉਹਨੂੰ ਕਹਿੰਦੇ ਤੈਨੂੰ ਵਧਾਈ ਹੋਵੇ। ਗੁਰਪੁਰਬ ਦੀ ਵਧਾਈ ਦਿਆ ਕਰੋ। ਜਿਹੜੇ ਗੁਰਪੁਰਬ ਦੀ ਵਧਾਈ ਦਿੰਦੇ, ਉਹਨਾਂ ਦੇ ਘਰ ਪਰਿਵਾਰ ਸੁੱਖਾਂ ਵਿੱਚ ਵਾਧੇ ਪੈ ਜਾਂਦੇ ਸਾਧ ਸੰਗਤ ਜੀ। ਸੋ ਆਪ ਸਾਰਿਆਂ ਨੂੰ ਭਾਈ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਕਿਉਂਕਿ ਕੱਲ ਨੂੰ ਰਾਗ ਦਰਬਾਰ ਇਸ ਕਰਕੇ ਕਥਾ ਦੇ ਦੀਵਾਨ ਨਹੀਂ ਸੱਜਣੇ। ਗੁਰਪੁਰਬ ਵਾਲੇ ਦਿਨ ਵੀ ਨਹੀਂ, ਫਿਰ ਉਹਦੇ ਤੋਂ ਅਗਲੇ ਦਿਨ ਕਥਾ ਹੋਏਗੀ। ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਨੀ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਇਕੱਠੇ ਹੋਏ ਹਜ਼ਾਰਨ ਲੱਖਨ, ਭੀੜ ਮਹਾ ਜਿਸ ਥਾਨ ਰਹੇ। ਆਪ ਗਹੇ ਕਿਤਨਾ ਕਤਹਾ, ਬਲਵਾਨ ਕੀ ਕਾਨ ਪਲਾਏ ਲਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।